ਉਹ ਕਹਿੰਦਾ ਸਰ ਇਹ ਤਾਂ 17 ਦਾ ਪਾੜਾ ਬਣ ਗਿਆ, 17 ਏਕਮ 17 ਦਿਨਾਂ ਚ। ਮੈਂ ਕਿਹਾ ਬਸ ਤੂੰ 17 ਤੱਕ ਹੀ ਸੀਮਤ ਰਹਿਣਾ ਚਾਹੁੰਦਾ? ਨਹੀਂ, ਤੈਨੂੰ ਅੱਜ ਕਰੋੜਾਂ ਦੇ ਪਹਾੜੇ ਸਿਖਾ ਕੇ ਜਾਣੇ ਆ ਮੈਂ। ਕਹਿੰਦਾ ਉਹ ਕਿਵੇਂ ਸਰ? ਮੈਂ ਤਾਂ ਇਸ ਤੋਂ ਵੱਧ 29 ਤੋਂ ਵੱਧ ਅਸੀਂ ਸਿੱਖੇ ਨਹੀਂ ਸੀ। ਮੈਂ ਕਿਹਾ ਦੇਖ 117 ਦਾ ਬਣਦਾ ਦੇਖ ਸਾਹਮਣੇ। ਤੇ ਇਸ ਦੇ ਵਿੱਚ ਜਦੋਂ ਅਸੀਂ ਇਸ ਨੂੰ ਹੁਣ ਸੀਲ ਕਰਤਾ, ਹੁਣ ਉਲਟਾ ਕਰ ਦਿਓ ਇਸ ਨੂੰ, ਸ਼ਾਬਾਸ਼। ਇਸ ਤਰ੍ਹਾਂ ਹੀ ਤੁਸੀਂ ਸਿੱਖੋਗੇ, ਸਾਡੇ ਤੋਂ ਬਾਅਦ ਤੁਸੀਂ ਉਹ ਕਰਨੇ ਆ ਕੰਮ। ਤਾਂ ਆ ਬੇਟੇ ਇੱਧਰ ਆ, ਇਸ ਪੰਪ ਨੂੰ ਮਾਰ। ਕਿਤੇ ਐ ਨਾ ਸਮਝਣ ਵੀ ਸਰ ਕੋਲ ਜਾਦੂ ਹੈ, ਪੂਰਾ ਥੱਲੇ ਤੱਕ ਜੀ। ਤਾਂ ਹੁਣ ਇਸ ਬੋਤਲ ਦੇ ਵਿੱਚ ਅਸੀਂ ਪਾਣੀ ਪਾਇਆ, ਇਸ ਦੇ ਵਿੱਚ ਇੱਕ ਸਟ੍ਰੋ ਇੱਧਰ ਲਗਾਇਆ, ਇੱਕ ਸਟ੍ਰੋ ਇੱਧਰ ਲਗਾਇਆ। ਤਾਂ ਤੁਸੀਂ ਦੇਖੋਗੇ ਕਿ ਇਹ ਡਰਾਇੰਗ ਰੂਮ ਦੇ ਵਿੱਚ ਤੁਸੀਂ ਰੱਖ ਸਕਦੇ ਹੋ। ਇਹ ਫਾਊਂਟੇਨ ਦਾ ਕੰਮ ਕਰ ਰਿਹਾ, ਉਹ ਦੇਖੋ ਫੁਆਰਾ ਚੱਲ ਰਿਹਾ। ਇੱਥੇ ਹੁਣ ਤੁਸੀਂ ਦੇਖ ਰਹੇ ਹੋ ਵੀ ਇਸ ਵੇਲੇ ਨਹੀਂ ਜਗ ਰਹੀ, ਪਰ ਜਦੋਂ ਹੀ ਰਾਤ ਹੋਣੀ ਹੈ, ਹੁਣ ਰਾਤ ਦੇ ਲਈ ਮੈਂ ਕੀ ਇੱਥੇ ਹਨੇਰਾ ਕਰੂੰਗਾ ਜੀ। ਇੱਥੇ ਸੈਂਸਰ ਲੱਗਿਆ ਹੋਇਆ, ਜਦੋਂ ਹੀ ਹਨੇਰਾ ਹੋਊਗਾ ਆਟੋਮੈਟਿਕਲੀ ਜਗ ਜਾਣਾ ਤੇ ਫਿਰ ਇਹਨੇ ਆਪਣੇ ਆਪ ਹੀ ਸਵੇਰ ਵੇਲੇ ਬੁੱਝ ਜਾਣਾ। ਜੋ ਸੂਰਜ ਨੇ ਆ ਜਾਣਾ, ਰੋਸ਼ਨੀ ਨੇ ਆ ਜਾਣਾ, ਇਹਨੇ ਬੁੱਝ ਜਾਣਾ। ਬੱਚੇ ਬੜੇ ਹੈਰਾਨ ਹੁੰਦੇ ਆ। ਉਹ ਮੈਂ ਕਿਹਾ ਤੁਸੀਂ ਕਹਿੰਦੇ ਸੀ ਨਾ ਵੀ ਰਾਤੀ ਲਾਈਟ ਨਹੀਂ ਸੀ, ਮੈਂ ਤਾਂ ਨਹੀਂ ਕੰਮ ਕੀਤਾ। ਤਾਂ ਮੈਂ ਕਿਹਾ ਮੈਂ ਇਹ ਬੱਲਬ ਬਣਾਤਾ ਹੋਇਆ। ਹੁਣ ਦੇਖੋ ਬੱਚੇ ਨੂੰ ਇਹ ਕਹਿਣਾ ਕਿ ਆਹ ਤੇਰੇ ਕੋਲ ਪਾਣੀ ਦਾ ਗਲਾਸ ਪਿਆ ਕਰਕੇ, ਤਾਂ ਤੂੰ ਕੀ ਕਰਨਾ ਵੀ ਇਸ ਪਲੱਗ ਨੂੰ ਇਸ ਦੇ ਵਿੱਚ ਪਾ ਕੇ ਤੇ ਆਪਣੀ ਪੜ੍ਹਾਈ ਕਰੀ ਜਾਣੀ, ਆਪਣਾ ਪੜ੍ਹਨਾ ਸ਼ੁਰੂ ਕਰ ਦੇ ਬਸ। ਇਹ ਨਹੀਂ ਬਹਾਨਾ ਲਾਣਾ ਵੀ ਹੁਣ ਰਾਤ ਨੂੰ ਲਾਈਟ ਨਹੀਂ ਹੈਗੀ ਸਰ ਜੀ ਮੈਂ ਕੰਮ ਨਹੀਂ ਕੀਤਾ ਹੈ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਆਹ ਦੇਖੋ ਤੁਹਾਡੇ ਸਾਹਮਣੇ ਇਹ ਗਲੋ ਕਰ ਗਿਆ। ਤਾਂ ਮਤਲਬ ਇਹਦਾ ਸਰਕਟ ਪੂਰਾ ਹੋ ਜਾਊਗਾ ਜਦੋਂ, ਤਾਂ ਉਸ ਵਕਤ ਉਸਨੇ ਗਲੋ ਕਰਨ ਲੱਗ ਜਾਣਾ। ਮਤਲਬ ਚਾਰਜ ਦੇ ਨਾਲ ਉਹਨਾਂ ਨੂੰ ਪੜ੍ਹਾਈ ਦਾ ਵੀ ਇਹ ਚਾਰਜ ਕੀ ਹੁੰਦਾ। ਚਾਰਜ ਦੋ ਤਰ੍ਹਾਂ ਦਾ ਹੁੰਦਾ, ਇੱਕ ਧਨ ਚਾਰਜ ਹੈ, ਇੱਕ ਰਿਣ ਚਾਰਜ ਹੈ। ਕਿਹੜੇ ਖਿੱਚਦੇ ਆ, ਕਿਹੜੇ ਧੱਕਦੇ ਆ। ਫਿਰ ਉਹ ਚਾਰਜ ਜਿਹੜਾ ਤਾਰਾਂ ਦੇ ਵਿੱਚ ਚੱਲਣ ਲੱਗ ਜਾਂਦਾ, ਤਾਂ ਉਸ ਨੂੰ ਅਸੀਂ ਕੀ ਕਹਿ ਦਿੰਦੇ ਆ ਜੀ, ਇਹ ਸਾਡਾ ਬਿਜਲੀ ਬਣ ਗਈ। ਇਹ ਸੂਰਜ ਦੀਆਂ ਕਿਰਨਾਂ ਦੇ ਨਾਲ ਹੀ ਚੱਲ ਰਿਹਾ। ਤੁਸੀਂ ਦੇਖੋਗੇ ਕਿ ਜੇ ਮੈਂ ਇਸ ਦੇ ਅੱਗੇ ਆਪਣਾ ਹੱਥ ਰੱਖਦਾ ਤੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਪੈਣੀਆਂ ਬੰਦ ਹੋ ਗਈਆਂ ਤੇ ਇਸ ਨੇ ਆਪਣਾ ਕੰਮ ਵੀ ਬੰਦ ਕਰਤਾ। ਤੇ ਨਾਲ ਦੀ ਨਾਲ ਹੀ ਇਸ ਨੇ ਆਪਣਾ ਜਿਹੜਾ ਕੰਮ ਹੈ ਸ਼ੁਰੂ ਕਰ ਦਿੱਤਾ। ਜਿਵੇਂ ਕਿਰਨਾਂ ਪੈਣ ਲੱਗੀਆਂ ਤੇ ਇਹਨੂੰ ਸੂਰਜੀ ਵਾਟਰ ਪੰਪ ਕਿਹਾ ਜਾਂਦਾ। ਮੈਨੂੰ ਇੰਨਾ ਕੁ ਪਾਣੀ ਚਾਹੀਦਾ ਹੁੰਦਾ ਹੱਥ ਧੋਣ ਲਈ, ਪਰ ਅਸੀਂ ਕਹਿੰਦੇ ਆ ਯਾਰ ਹੋਰ ਖੋਲ ਥੋੜੀ ਜੀ, ਹੋਰ ਖੋਲ। ਗੱਲਾਂ ਮਾਰਦੇ ਮਾਰਦੇ ਕਿੰਨਾ ਪਾਣੀ ਬਰਬਾਦ ਕਰ ਦਿੰਦੇ। ਇਹੀ ਪਾਣੀ ਹੈ ਜਿਹੜਾ ਸਾਡਾ ਕਿੰਨੇ ਸਾਲਾਂ ਤੱਕ ਹੋਰ ਵੀ ਚੱਲ ਸਕਦਾ ਜੇ ਅਸੀਂ ਸੋਚ ਸਮਝ ਨਾਲ ਵਰਤਾਂਗੇ। ਪਰ ਇਹੀ ਗੁਬਾਰਾ ਜਿਹੜਾ ਹੁਣੇ ਮੇਰੇ ਹੱਥ ਦੇ ਨਾਲ ਚਿਪਕਣਾ ਸ਼ੁਰੂ ਕਰ ਦੇਗਾ, ਜਿਸ ਤੋਂ ਅਸੀਂ ਵਿਗਿਆਨ ਦਾ ਸਿਧਾਂਤ ਸਿਖਾ ਦਾਂਗੇ ਉਸ ਨੂੰ। ਹੁਣੇ ਹੱਥ ਨਾਲ ਚਿਪਕ ਨਹੀਂ ਰਿਹਾ ਸੀ, ਇਸ ਨੂੰ ਰਗੜਨਾ। ਤਾਂ ਵਸਤੂਆਂ ਨੂੰ ਰਗੜਨ ਤੇ ਕਿਤਾਬਾਂ ਦੇ ਵਿੱਚ ਲਿਖਿਆ ਕਿ ਉਹਨਾਂ ਦੇ ਉੱਤੇ ਚਾਰਜ ਹੈ, ਚਾਰਜ ਹਮੇਸ਼ਾ ਉਹਨਾਂ ਦੇ ਸਤ੍ਹਾ ਦੇ ਉੱਤੇ ਰਹਿੰਦਾ। ਤਾਂ ਤੁਸੀਂ ਦੇਖੋ ਕਿ ਮੈਂ ਇਸ ਨੂੰ ਆਪਣੇ ਹੱਥ ਨਾਲ ਰਗੜਿਆ, ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਮੇਰੇ ਹੱਥ ਨਾਲ ਚਿਪਕ ਗਿਆ ਹੈ। डिपार्टमेंट ते सरकार साडी पूरी मदद कर रही है ताकि स्कूल दी इंफ्रास्ट्रक्चर और उहदी पढ़ाई दा म्यार असीं चुक सकीए। और इंफ्रास्ट्रक्चर तो तुसीं देख ही चुके हो कि शायद ही कोई इहो जिहा स्कूल होएगा किते जिहदे विच किसे तो घट होएगा। इह 'च हर चीज़ दी फैसिलिटी है, ATL प्रोजैक्टर लैब्स सब कुछ अवेलेबल है, कंप्यूटर लैब। और तुसीं क्लासरूम्स अगर देखो तां इह किसी प्राइवेट कॉलेज दे रूम्स नालों भी घट नहीं ने। कर्टनस ने, इत्थे डिस्पले बोर्ड्स ने, फ्लैक्स लगे हैं जिते हर कोने तो बच्चों को सिर्फ इन्फॉर्मेशन ही मिलती है पढ़ाई नाल रिलेटेड। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ। ਅੱਜ ਅਸੀਂ ਖੜੇ ਹਾਂ ਨਾਭਾ ਪਟਿਆਲਾ ਰੋਡ ਤੇ ਪਿੰਡ ਕਲਿਆਣ ਵਿਖੇ, ਜਿੱਥੇ ਕਿ ਇੱਕ ਸਰਕਾਰੀ ਸਕੂਲ ਬਣਿਆ ਹੋਇਆ। ਸਰਕਾਰੀ ਸਕੂਲ ਦੀ ਆ ਜਿਹੜੀ ਉਹ ਟੀਚਰਾਂ ਨੇ ਤੇ ਸਰਕਾਰ ਵੱਲੋਂ ਵੀ ਇੱਕ ਨੁਹਾਰ ਬਦਲੀ ਵੀ ਆ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਢੰਗ ਨਾਲ ਜਿਹੜਾ ਹੈ ਉਹ ਸਕੂਲ ਬਣਾਇਆ ਹੋਇਆ। ਆਓ ਅੰਦਰ ਚੱਲਦੇ ਹਾਂ। ਸਕੂਲ ਦੀ ਤੁਹਾਨੂੰ ਖਾਸੀਅਤ ਦੱਸਾਂਗੇ ਵੀ ਇਹ ਸਕੂਲ ਦੇ ਵਿੱਚ ਕੀ ਖਾਸ ਹੈ। ਪਹਿਲਾਂ ਤੁਸੀਂ ਤਸਵੀਰਾਂ ਦੇਖੋ ਸਕੂਲ ਦੀਆਂ। ਸਕੂਲ ਕਿੰਨੇ ਵਧੀਆ ਢੰਗ ਨਾਲ ਬਣਾਇਆ ਵਾ। ਹਰ ਇੱਕ ਚੀਜ਼ ਜਿਹੜੀ ਉਹ ਉੱਥੇ ਟੀਚਰਾਂ ਤੇ ਅਧਿਆਪਕਾਂ ਤੇ ਸਰਕਾਰ ਵੱਲੋਂ ਜਿਹੜੀ ਉਹ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਦੇ ਵਿੱਚ ਗਾਰਡਨ ਵੀ ਆ, ਸਾਰਾ ਕੁਛ ਹੈ। ਤੇ ਇਹਦੀ ਖਾਸੀਅਤ ਇਹ ਹੈ ਕਿ ਜਿਹੜੀ ਆਪਾਂ ਸਾਇੰਸ ਆ ਉਹ ਲਗਾਤਾਰ ਜਿਹੜੀਆਂ ਕਿਤਾਬਾਂ ਦੇ ਵਿੱਚ ਪੜ੍ਹਦੇ ਆ, ਸਾਇੰਸ ਹੁੰਦੀ ਆ ਉਹ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਆਪਾਂ। ਬੱਚੇ ਟਿਊਸ਼ਨਾਂ ਬੜੀਆਂ ਰੱਖਦੇ ਨੇ ਸਾਇੰਸ ਨੂੰ ਸਮਝਣ ਵਾਸਤੇ, ਪਰ ਇੱਥੇ ਦੇ ਇੱਕ ਅਧਿਆਪਕ ਨੇ, ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ, ਜਿਨ੍ਹਾਂ ਨੇ ਸਾਇੰਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਬਿਆਨ ਕੀਤਾ ਗਿਆ। ਗਰਾਊਂਡ ਲੈਵਲ ਦੇ ਉੱਤੇ ਉਹਨਾਂ ਨੇ
ਸਾਇੰਸ ਨੂੰ ਜਿਹੜਾ ਉਹ ਆਪਣੇ ਹੱਥਾਂ ਦੇ ਆਪਣੇ ਢੰਗ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਚੀਜ਼ ਆ ਜਿਹੜੀ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਬਣਾਈ ਗਈ ਹੈ ਤੇ ਜਿਹੜੇ ਜਵਾਕ ਨੇ ਉਹਨਾਂ ਨੂੰ ਵੱਖੋ ਵੱਖਰੇ ਤਰੀਕੇ ਨਾਲ ਉਹ ਸਮਝਾਈ ਜਾਂਦੀ ਆ। ਤਸਵੀਰਾਂ ਦੇ ਵਿੱਚ ਉਹਨਾਂ ਨੇ ਕੱਲੀ ਚੀਜ਼ ਆ ਜਿਹੜੀ ਉਹ ਸਕੂਲ ਦੇ ਜਿਹੜਾ ਗਰਾਊਂਡ ਆ ਉਹਦੇ ਵਿੱਚ ਆਲੇ ਦੁਆਲੇ ਲਗਾਈ ਗਈ ਆ ਕਿ ਜੋ ਬੱਚਿਆਂ ਦੇ ਹਰ ਟਾਈਮ ਉਹ ਦਿਮਾਗ ਦੇ ਵਿੱਚ ਰਹੇ ਤੇ ਪ੍ਰੈਕਟੀਕਲ ਤਰੀਕੇ ਦੇ ਨਾਲ ਉਹ ਜਿਹੜੀ ਚੀਜ਼ ਸਮਝਾਉਂਦੇ ਨੇ। ਗੱਲਬਾਤ ਕਰਦੇ ਆ ਸਾਡੇ ਨਾਲ ਜਿਹੜੇ ਇੱਥੇ ਟੀਚਰ ਨੇ ਜਿਨ੍ਹਾਂ ਨੇ ਸਾਰਾ ਉਪਰਾਲਾ ਕੀਤਾ ਵਾ। ਉਹ ਸਾਰਾ ਕੁਝ ਇਹ ਜਿਹੜਾ ਹੱਥੀਂ ਕਰਦੇ ਨੇ ਤੇ ਹਰੇਕ ਜਿਹੜੀ ਕਿਤਾਬ ਦੇ ਵਿੱਚ ਚੀਜ਼ ਆ ਉਹਨੂੰ ਗਰਾਊਂਡ ਦੇ ਉੱਤੇ ਲਾ ਕੇ ਰੱਖਦੇ ਨੇ। ਸਾਡੇ ਨਾਲ ਨੇ ਜਸਵਿੰਦਰ ਸਿੰਘ ਜੀ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਸਾਡੇ ਵਿਹੜੇ 'ਚ ਆਏ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ, ਤੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਹ ਦੇਖਣ ਨੂੰ ਦੋਸਤੋ ਐਂ ਲੱਗਦਾ ਕਿ ਇੱਕ ਗਰਾਊਂਡ ਆ, ਪਰ ਇਹ ਕਿਸੇ ਵੱਡੀ ਸਾਇੰਸ ਦੀ ਜਿਹੜਾ ਲਾਈਵ ਆ ਉਹ ਤੋਂ ਕਿਤੇ ਨਾ ਕਿਤੇ ਉੱਪਰ ਆ, ਕਿਉਂਕਿ ਤਾਂ ਉੱਪਰ ਆ ਇਹ ਹਰੇਕ ਚੀਜ਼ ਇੱਥੇ ਪ੍ਰੈਕਟੀਕਲ ਤਰੀਕੇ ਨਾਲ ਜਿਹੜੀ ਉਹ ਸਮਝਾਈ ਜਾਂਦੀ ਆ। ਹਰੇਕ ਐ ਨਹੀਂ ਹੈਗਾ ਵੀ ਆਪਾਂ ਕਿਤਾਬ ਦੇ ਵਿੱਚ ਦੇਖ ਲਈਏ ਵੀ ਆਹ ਚੀਜ਼ ਲਿਖੀ ਵੀ ਹੈ ਐਂ ਹੋ ਜਾਂਦਾ, ਇਹ ਕਰਕੇ ਦਿਖਾਉਂਦੇ ਨੇ ਵੀ ਐਵੇਂ ਹੁੰਦਾ। ਆਓ ਆਪਾਂ ਸ਼ੁਰੂਆਤ ਕਰਦੇ ਹਾਂ। ਸ਼ੁਰੂਆਤ ਆਪਾਂ ਇੱਥੋਂ ਕਰਦੇ ਹਾਂ ਕਿ ਜਿਹੜਾ ਟਾਈਮ ਆ ਉਹ ਦੇਖਦੇ ਆਪਾਂ, ਜਿਹੜੇ ਸੂਰਜ ਦੇ ਨਾਲ ਜਿਹੜਾ ਟਾਈਮ ਦੇਖਦੇ ਸੀਗੇ ਪੁਰਾਣੇ ਬਜ਼ੁਰਗ ਜਾਂ ਪਹਿਲਾਂ ਘੜੀਆਂ ਆਉਣ ਤੋਂ ਪਹਿਲਾਂ। ਹੁਣ ਤਾਂ ਹਰੇਕ ਦੇ ਗੁੱਟ ਤੇ ਵੀ ਘੜੀ ਆ, ਫੋਨਾਂ 'ਚ ਵੀ ਜਿਹੜਾ ਉਹ ਟਾਈਮ ਦੇਖਦਾ ਅਗਲਾ ਇੱਕ ਤਰੀਕੇ ਦੇ ਨਾਲ ਜਿਹੜਾ ਟਾਈਮ ਦੇਖਦੇ ਸੀ। ਸਾਨੂੰ ਦੱਸਣਗੇ ਇਹ ਕੀ ਚੀਜ਼ ਹੈ ਜਿਹਦੇ ਨਾਲ ਕਿਵੇਂ ਜਿਹੜਾ ਟਾਈਮ ਆ ਉਹ ਦੇਖਿਆ ਜਾਂਦਾ। ਵੀਰ ਜੀ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਨਾ ਸੂਰਜੀ ਘੜੀ ਹੈ ਕਿ ਪਹਿਲਾਂ ਸਾਡੇ ਜਿਹੜੇ ਜਦੋਂ ਘੜੀਆਂ ਨਹੀਂ ਇਜਾਦ ਹੋਈਆਂ ਸੀ, ਨਹੀਂ ਬਣੀਆਂ ਸੀਗੀਆਂ, ਹੋਂਦ ਦੇ ਵਿੱਚ ਨਹੀਂ ਆਈਆਂ ਸੀ, ਤਾਂ ਉਸ ਵਕਤ ਕਿਸ ਤਰ੍ਹਾਂ ਦੇ ਨਾਲ ਸੂਰਜ ਦੀਆਂ ਜਿਹੜੀਆਂ ਰੋਸ਼ਨੀ ਪੈਂਦੀ ਹੈ ਤੇ ਉਹਦੀ ਜਿੱਥੇ ਵੀ ਸ਼ੈਡੋ ਪਰਛਾਵਾਂ ਬਣਦਾ ਹੈ ਤਾਂ ਉੱਥੇ ਉਹ ਘੜੀ ਟਾਈਮ ਦੱਸ ਦਿੰਦੀ ਹੈ। ਹੁਣ ਅੱਜ ਕੱਲ੍ਹ ਤੁਸੀਂ ਦਿੱਲੀ ਦੇ ਵਿੱਚ ਜੰਤਰ ਮੰਤਰ, ਜੈਪੁਰ ਦੇ ਵਿੱਚ ਉਹ ਦੇਖ ਸਕਦੇ ਹੋ ਸਾਰੇ ਸਰ ਲੱਗੇ ਹੋਏ। ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇਹ ਡਾਇਲ ਸਿਸਟਮ ਲੱਗਿਆ ਹੋਇਆ, ਸੋਲਰ ਡਾਇਲ ਸਿਸਟਮ। ਤਾਂ ਉਹ ਇੱਕ ਬੱਚਿਆਂ ਨੂੰ ਜਾਣਕਾਰੀ ਦੇਣ ਦੇ ਲਈ ਤੇ ਉਹਨਾਂ ਨੂੰ ਦੱਸਣ ਦੇ ਲਈ ਅਸੀਂ ਇੱਥੇ ਰੱਖਿਆ ਹੋਇਆ, ਤਾਂ ਕਿ ਬੱਚੇ ਆਉਂਦੇ ਆ ਤੇ ਅਰੇ ਅੱਛਾ ਸਰ, ਇਹ ਸੂਰਜ ਦੀਆਂ ਕਿਰਨਾਂ ਜਦੋਂ ਇਸ ਤੇ ਪੈਂਦੀਆਂ ਤਾਂ ਇਹਦੀ ਜਿਹੜੀ ਸ਼ੈਡੋ ਬਣਦੀ ਹੈ। ਇਸ ਵੇਲੇ ਦੇਖੋ 11 ਦੇ ਉੱਤੇ ਪੈ ਰਹੀ ਹੈ ਉਹਦੀ ਸ਼ੈਡੋ। ਅਸੀਂ ਟਾਈਮ ਇੱਥੇ ਵੀ ਦਿਖਾਵਾਂਗੇ ਤੁਹਾਨੂੰ, ਜਿਹੜੀ ਸ਼ੈਡੋ 11 ਦੇ ਉੱਤੇ ਪੈ ਰਹੀ ਆ ਤੇ ਫੋਨ ਦੇ ਉੱਤੇ ਵੀ ਟਾਈਮ ਆ ਜਿਹੜਾ ਉਹ 11:03 ਹੋਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਹੀ ਟਾਈਮ ਆ ਜਿਹੜਾ ਉਹ 11:03 ਸ਼ੈਡੋ ਦੇ ਉੱਤੇ ਜਿਹੜੀ ਸ਼ੈਡੋ ਪੈ ਰਹੀ ਆ ਉਹ 3 ਪੈ ਰਹੀ ਆ। ਉਹਦੇ ਦਾ ਮਤਲਬ ਹੈ ਕਿ 3 ਹੋ ਗਏ, ਅੱਗੇ 15 ਜਿਹੜਾ ਮਿੰਟ ਦਾ ਉਹ ਇਹ ਬਣਿਆ ਹੋਇਆ। ਆਓ ਗੱਲਬਾਤ ਕਰਦੇ ਹਾਂ। ਹੋਰ ਵੀ ਇੱਥੇ ਅਸੀਂ ਦੇਖ ਰਹੇ ਹਾਂ ਸਕੂਲ ਦੇ ਵਿੱਚ ਜਿਹੜੀ ਉਹ ਜਿਹੜਾ ਮਿਜ਼ਾਈਲ ਬਣੀ ਹੋਈ ਆ ਉਹਦੇ ਬਾਰੇ ਸਰ ਨਾਲ ਗੱਲਬਾਤ ਕਰਦੇ ਹਾਂ। ਸਰ, ਇਹ ਕੀ ਚੀਜ਼ ਆ ਜਿਹੜੀ ਆ ਤੁਸੀਂ ਬਣਾਈ ਵੀ ਆ ਇੱਥੇ? ਆਪਾਂ ਅਕਸਰ ਨਹੀਂ ਫਿਲਮਾਂ 'ਚ ਜਾਂ ਟੀਵੀ ਤੇ ਦੇਖਦੇ ਹਾਂ, ਤੁਸੀਂ ਸਕੂਲ ਦੇ ਵਿੱਚ ਬਣਾਈ ਵੀ ਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਇੱਥੇ ਦੱਸਣੀ ਚਾਹੁੰਦਾ ਕਿ ਸਾਡੇ ਮਿਜ਼ਾਈਲ ਮੈਨ ਜਿਹੜੇ ਹੋਏ ਡਾਕਟਰ ਕਲਾਮ ਸਾਹਿਬ, ਜਿਹੜੇ ਰਾਸ਼ਟਰਪਤੀ ਵੀ ਰਹੇ ਸਾਡੇ ਦੇਸ਼ ਦੇ, ਤੇ ਉਹਨਾਂ ਦੇ ਉਪਰਾਲੇ, ਉਹਨਾਂ ਨੇ ਤਾਂ ਮਿਜ਼ਾਈਲ ਬਣਾਈ ਸੀ। ਉਸ ਤੋਂ ਬਾਅਦ ਸਾਰੇ ਵਿਗਿਆਨੀਆਂ ਨੇ ਮਿਲ ਕੇ ਇਸਰੋ ਦੇ ਵਿੱਚ ਜਿਹੜਾ ਸਾਡਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦਾ ਪ੍ਰੋਗਰਾਮ ਹੈ, ਸਤੀਸ਼ ਧਵਨ ਸੈਂਟਰ ਦੇ ਵਿੱਚ ਅਸੀਂ ਜਿਹੜੇ ਇਹ ਬਣਾਉਂਦੇ ਆ, ਤਾਂ ਹੁਣ ਉਸ ਦੇ ਵਿੱਚ ਇਹ ਇੱਕ PSLV ਇਸ ਨੂੰ ਕਿਹਾ ਜਾਂਦਾ ਹੈ, ਪੋਲਰ ਸੈਟੇਲਾਈਟ ਲਾਂਚ ਵਹੀਕਲ। ਤੇ ਇਸ ਤਰ੍ਹਾਂ ਦੀ ਇੱਕ GSLV ਹੁੰਦੀ ਹੈ। ਹੁਣ ਜਿਹੜਾ ਇਹ PSLV ਅਸੀਂ ਇੱਕ ਮਾਡਲ ਤਿਆਰ ਕੀਤਾ ਹੈ, ਤਾਂ ਉਹ ਮਾਡਲ ਤਿਆਰ ਕਰਨ ਦਾ ਮਤਲਬ ਇਹ ਹੈ ਵੀ ਬੱਚੇ ਨੂੰ ਇੱਥੇ ਬੈਠੇ ਨੂੰ ਪਤਾ ਲੱਗ ਜੇ। ਜੇ ਅਸੀਂ ਉਸ ਨੂੰ ਹੈਦਰਾਬਾਦ ਨਹੀਂ ਲਿਜਾ ਕੇ ਦਿਖਾ ਸਕਦੇ ਤਾਂ ਘੱਟੋ ਘੱਟ ਅਸੀਂ ਉਸ ਨੂੰ ਇੱਥੇ ਬੈਠੇ ਨੂੰ ਸਮਝਾ ਸਕਦੇ ਹਾਂ ਵੀ ਆਹ ਸਿਸਟਮ ਦੇ ਨਾਲ ਚੀਜ਼ਾਂ ਬਣਦੀਆਂ, ਤੇ ਇਸ ਸਿਸਟਮ ਦੇ ਨਾਲ ਅਸੀਂ ਉੱਪਰਲੀ ਜਿਹੜੀ ਆਰਬਿਟ ਆ ਉਹਨਾਂ ਦੇ ਵਿੱਚ ਪਾ ਕੇ ਅਸੀਂ ਸੈਟੇਲਾਈਟ ਦੇ ਰਾਹੀਂ ਮੋਬਾਈਲਾਂ ਤੇ ਕਿਵੇਂ ਜੁੜ ਰਹੇ ਹਾਂ। ਤੇ ਇਹ ਜਿਹੜੀ PSLV ਹੈ ਇਹ ਸਾਡੀ 600 ਤੋਂ 900 ਕਿਲੋਮੀਟਰ ਤੱਕ ਧਰਤੀ ਦੀ ਉਚਾਈ ਤੋਂ ਰਹਿੰਦੀ ਹੈ, ਤੇ ਜਿਹੜਾ GSLV ਉਹ 36000 ਕਿਲੋਮੀਟਰ ਤੇ ਰਹਿੰਦਾ ਹੈ। ਤੇ ਜੇ ਅਸੀਂ ਉਹਨੂੰ ਦਿੱਲੀ ਤੇ ਫਿੱਟ ਕਰਤਾ ਹੋਇਆ ਤੇ ਦਿੱਲੀ ਦੇ ਨਾਲ ਨਾਲ ਹੀ ਚੱਲੂਗਾ। 24 ਘੰਟਿਆਂ 'ਚ ਧਰਤੀ ਨੇ ਆਪਣਾ ਚੱਕਰ ਪੂਰਾ ਕਰਨਾ ਹੈ, 24 ਘੰਟਿਆਂ ਦੇ ਵਿੱਚ ਉਹਨੇ ਉਹ GSLV ਦੇ ਰਾਹੀਂ ਅਸੀਂ। ਤਾਂ ਇਹ ਪੋਲਰ ਸੈਟੇਲਾਈਟ ਲਾਂਚ ਵਹੀਕਲ ਦੇ ਵਿੱਚ ਉੱਪਰਲਾ ਜਿਹੜਾ ਹਿੱਸਾ ਦਿਖਾਇਆ ਗਿਆ ਉਸ ਦੇ ਵਿੱਚ ਰਾਕਟ ਨੂੰ ਰੱਖਿਆ ਜਾਂਦਾ ਸੇਫਲੀ। ਉਸ ਦੇ ਵਿੱਚ ਰਾਕਟ ਦਾ ਇੱਕ ਕੈਬਨ ਬਣਾ ਕੇ ਉਸ ਨੂੰ ਬੰਦ ਕਰ ਲਿਆ ਜਾਂਦਾ। ਉਸ ਤੋਂ ਬਾਅਦ ਹੇਠਲੀਆਂ ਸਟੇਜਿਸ ਹੈ ਜਿਹੜੀਆਂ ਸਾਈਡ ਤੇ 2 ਬੂਸਟਰ ਲੱਗੇ ਹੋਏ ਆ, ਇਹਦੇ ਵਿੱਚ ਸੋਲਿਡ ਤੇ ਲਿਕੁਇਡ ਜਿਹੜਾ ਫਿਊਲ ਹੈ ਉਹ ਪਾਇਆ ਜਾਂਦਾ, ਤੇ ਉਹਦੀਆਂ 4 ਸਟੇਜਿਸ ਹੁੰਦੀਆਂ ਜਿਹੜੀਆਂ ਕਿ ਉੱਪਰ ਜਾਂਦੇ ਹੌਲੀ ਹੌਲੀ ਵੱਖ ਹੋਈ ਜਾਂਦੀਆਂ। ਤੇ ਜੇ ਕੋਈ ਚੀਜ਼ 11.2 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਸਪੀਡ ਦੇ ਨਾਲ ਜਾਂਦੀ, ਉਹ ਧਰਤੀ ਦੀ ਖਿੱਚ ਤੋਂ ਬਾਹਰ ਹੋ ਜਾਂਦੀ ਹੈ। ਤੇ ਜਦੋਂ ਧਰਤੀ ਦੀ ਖਿੱਚ ਤੋਂ ਬਾਹਰ ਉਹ ਧਰਤੀ ਦੇ ਆਲੇ ਦੁਆਲੇ ਗੇੜੇ ਲਾਣੇ ਸ਼ੁਰੂ ਕਰ ਦਿੰਦੀ ਹੈ। ਤਾਂ ਇਸ ਨੂੰ ਪੋਲਰ ਇਸ ਲਈ ਕਿਹਾ ਗਿਆ ਕਿ ਧਰਤੀ ਦੇ 2 ਪੋਲ ਹੈ, ਇੱਕ ਨਾਰਥ ਪੋਲ ਹੈ, ਇੱਕ ਸਾਊਥ ਪੋਲ ਹੈ, ਤੇ ਇਹ ਪੋਲ ਦੇ ਆਲੇ ਦੁਆਲੇ ਹੀ ਚੱਕਰ ਕੱਟਦੇ ਸਾਡਾ ਜਿਹੜਾ ਰਾਕਟ ਹੈ। ਤੇ ਉੱਪਰ ਜਾ ਕੇ ਉਹ ਰਾਕਟ ਉਸ ਸੇਫ ਕੈਬਨ ਦੇ ਵਿੱਚੋਂ ਨਿਕਲ ਕੇ ਉਹਦੇ ਸੋਲਰ ਪੈਨਲ ਖੁੱਲ ਜਾਂਦੇ ਆ, ਤੇ ਫਿਰ ਉਹ ਆਪਣਾ ਜਿਹੜਾ ਹੈ ਕਈ ਸਾਲਾਂ ਤੱਕ ਕੰਮ ਕਰਦਾ ਰਹਿੰਦਾ। ਇਸ ਲਈ ਇਹ ਬਣਾਇਆ ਕਿ ਬੱਚਿਆਂ ਦੇ ਵਿੱਚ ਜਿਹੜਾ ਵਿਗਿਆਨਕ ਟੈਂਪਰ ਹੈ, ਸਾਇੰਟੀਫਿਕ ਟੈਂਪਰ ਹੈ, ਉਹ ਇਹ ਬਣ ਸਕੇ ਕਿ ਹਾਂ ਸਾਡੇ ਸਕੂਲ ਦੇ ਵਿੱਚ ਰਾਕਟ ਲੱਗਿਆ ਹੋਇਆ, ਉਹ ਕਿਸ ਤਰ੍ਹਾਂ ਅਸੀਂ ਸਾਡੇ ਵਿਗਿਆਨੀ ਨੇ ਇੱਕ ਲੋਹੇ ਨੂੰ ਮਤਲਬ ਹਵਾ ਦੇ ਵਿੱਚ ਤੈਰਨ ਲਾਤਾ ਹੋਇਆ। ਦੇਖੋ ਕਿੱਡੀ ਵੱਡੀ ਗੱਲ ਹੈ। ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਵਿਗਿਆਨ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਲਈ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦੱਸੀਆਂ ਜਾਂਦੀਆਂ, ਤਾਂ ਕਿ ਉਹਨਾਂ ਨੂੰ ਘਰ ਬੈਠਿਆਂ ਹੀ ਇਸ ਚੀਜ਼ ਦਾ ਗਿਆਨ ਹੋ ਜੇ ਕਿ ਇਹ ਕਰਦੀ ਕਿਵੇਂ ਹੈ, ਕੰਮ ਕਿਵੇਂ ਕਰਦੀ ਹੈ, ਵਰਕਿੰਗ ਕੀ ਹੈ ਇਹਦੀ, ਨਿਊਟਨ ਦੇ ਤੀਜੇ ਨਿਯਮ ਤੇ ਕਿਵੇਂ ਕੰਮ ਕਰਦੀ ਹੈ। ਉਹ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਮਾਡਲ ਦੇ ਵਿੱਚ ਕਿ ਲਾਂਚ ਕਿਵੇਂ ਹੁੰਦੀ ਹੈ ਜੀ।
ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਨੀਚੇ ਇਹਦੇ ਇੱਕ ਬੱਲਬ ਲੱਗਿਆ ਹੋਇਆ, ਇਹਦੀ ਕੀ ਖਾਸੀਅਤ ਹੈ? ਜਿਹੜਾ ਤੁਸੀਂ ਇੱਥੇ ਬੱਲਬ ਦਾ ਇੱਕ ਪੋਸਟਰ ਲਗਾਇਆ ਗਿਆ, ਇਹਦੀ ਕੀ ਖਾਸੀਅਤ ਆ? ਵੀਰ ਜੀ, ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਬੱਲਬ ਹੈ ਜਿਹੜਾ, ਜਦੋਂ ਇਸ ਤੇ ਫਿਲਾਮੈਂਟ ਦੇ ਉੱਤੇ ਅਸੀਂ ਕੰਸੈਂਟਰੇਸ਼ਨ ਦੇ ਨਾਲ ਦੇਖਦੇ ਹਾਂ ਤਾਂ ਉਸ ਵਕਤ ਸਾਡੀਆਂ ਅੱਖਾਂ ਜਿਹੜੀਆਂ ਹੈਗੀਆਂ, ਅੱਖਾਂ ਦੇ ਵਿੱਚ ਰੈਟੀਨਾ ਦੇ ਉੱਤੇ ਜਿਹੜੇ ਸੈੱਲ ਹੈ ਉਹ ਇਸ ਦੇ ਬਲੈਕ ਕਲਰ ਨੂੰ ਅਬਜ਼ੌਰਬ ਕਰਦੇ ਆ, ਤੇ ਫਿਰ ਕਿਸੇ ਸਾਫ਼ ਜੀ ਜਗ੍ਹਾ ਤੇ ਜਦੋਂ ਅਸੀਂ 30 ਸਕਿੰਟਾਂ ਬਾਅਦ ਦੇਖਦੇ ਆ ਤਾਂ ਇਹ ਬੱਲਬ ਸਾਨੂੰ ਗਲੋ ਕਰਦਾ ਨਜ਼ਰ ਆਉਂਦਾ ਹੈ ਉਸ ਕੰਧ ਦੇ ਉੱਤੇ ਜਾਂ ਕਿਸੇ ਕਾਗਜ਼ ਦੇ ਉੱਤੇ। ਤਾਂ ਉਹ ਬੱਚਿਆਂ ਨੂੰ ਪਤਾ ਲੱਗਦਾ ਵੀ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਚੀਜ਼ਾਂ ਦਿਖਾਉਣ ਦੇ ਵਿੱਚ ਸਾਡੀਆਂ ਅੱਖਾਂ ਸਾਡੀ ਮਦਦ ਕਰਦੀਆਂ। ਕਈਆਂ ਨੂੰ ਤਾਂ ਇਹ ਹੈ ਨਾ ਵੀ ਸ਼ਾਇਦ ਅਸੀਂ ਅੱਖਾਂ ਨਾਲ ਦੇਖਦੇ ਹਾਂ, ਨਾ, ਅੱਖਾਂ ਤਾਂ ਇੱਕ ਸਾਡਾ ਸਹਾਰਾ ਹੈ, ਸਾਨੂੰ ਦੇਖਣ ਦੇ ਵਿੱਚ ਸਹਾਇਤਾ ਕਰ ਰਹੀਆਂ। ਦਿਖਾ ਕੌਣ ਰਿਹਾ? ਸਾਡੀ ਰੋਸ਼ਨੀ। ਜੇ ਮਤਲਬ ਹੁਣੇ ਇੱਥੇ ਹਨੇਰਾ ਹੋ ਜੇ ਤਾਂ ਸਾਨੂੰ ਇਸ ਤਰ੍ਹਾਂ ਲੱਗੇਗਾ, ਓਹੋ ਯਾਰ 1 ਮਿੰਟ ਰੁਕੋ, ਬੈਠੋ, ਮੈਂ ਮੋਮਬੱਤੀ ਜਾਂ ਲੱਭ ਕੇ ਲਿਆਣਾ, ਹਿੱਲਿਓ ਨਾ। ਤਾਂ ਮਤਲਬ ਅੱਖਾਂ ਤਾਂ ਖੁੱਲੀਆਂ ਹੁੰਦੀਆਂ ਪਰ ਨਜ਼ਰ ਕਿਉਂ ਨਹੀਂ ਆ ਰਿਹਾ ਹੁੰਦਾ? ਤਾਂ ਇਹ ਜੇ ਕਾਰਨ ਹੈ ਜਿਹੜੇ ਇੱਥੇ ਬੈਠੇ ਬਿਠਾਏ ਬੱਚੇ ਦੇ, ਉਹ ਸਰ ਇਹ ਤਾਂ ਬੱਲਬ ਜਗ ਪਿਆ ਜੀ, ਕੰਧ ਤੇ ਜਗ ਪਿਆ, ਮਤਲਬ ਕਿਤੇ ਲਾਈਟ ਦੀ ਲੋੜ ਨਹੀਂ ਹੈ। ਤਾਂ ਉਸ ਨੂੰ ਇਹ ਕਨਸੈਪਟ ਜਿਹੜੇ ਆ ਦਿੱਤੇ ਜਾਂਦੇ ਆ, ਛੋਟੇ ਕਨਸੈਪਟ ਦਿੱਤੇ ਜਾਂਦੇ ਆ। ਤਾਂ ਇਸ ਤਰ੍ਹਾਂ ਦੀਆਂ ਵਿਗਿਆਨਕ ਚੀਜ਼ਾਂ ਨੂੰ, ਜਿਸ ਤਰ੍ਹਾਂ ਨਿਊਟਨ ਨੇ ਸਾਡੇ ਨੇ ਦੱਸਿਆ ਵੀ ਧਰਤੀ ਜਿਹੜੀ ਹੈ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ, 9.8 ਮੀਟਰ ਪ੍ਰਤੀ ਸੈਕਿੰਡ ਸਕੁਅਰ ਦੀ ਜਿਹੜੀ ਗੁਰੂਰਤਾ ਖਿੱਚ ਹੈ ਉਹਦੇ ਨਾਲ ਖਿੱਚ ਲੈਂਦੀ ਹੈ। ਤਾਂ ਉਹ ਦਿਖਾਉਣ ਦੇ ਲਈ ਅਸੀਂ ਇੱਕ ਮਾਡਲ ਬਣਾਇਆ, ਇੱਕ ਪੈਂਡੂਲਮ ਬਣਾਇਆ, ਔਰ ਪੈਂਡੂਲਮ ਦਾ ਜਿਹੜਾ ਟਾਈਮ ਪੀਰੀਅਡ ਹੈ ਅਸੀਂ ਕੈਲਕੂਲੇਟ ਕਰਕੇ ਤੇ ਉਸ ਦੇ ਨਾਲ 9.8 ਕੀਮਤ ਕੱਢ ਕੇ ਦਿਖਾ ਦਿੰਦੇ, ਤੇ ਬੱਚੇ ਨੂੰ ਪਤਾ ਲੱਗਦਾ ਵੀ ਵਾਕਈ ਸਰ ਇਹ ਕਿਤਾਬ 'ਚ ਅਸੀਂ ਪੜ੍ਹਿਆ ਸੀ ਤੇ ਅੱਜ ਅਸੀਂ ਦੇਖ ਲਿਆ, ਆਪ ਅੱਖੀਂ ਕਰ ਲਿਆ। ਤੁਹਾਨੂੰ ਇਹ ਜਿਹੜਾ ਮਾਡਲ ਆ ਉਹ ਵੀ ਦਿਖਾ ਦਿੰਦੇ ਆ। ਇਹ ਮਾਡਲ ਆ ਜਿਹੜਾ ਉਹ ਇੱਥੇ ਬਣਿਆ ਹੋਇਆ ਆ, ਇਹਨਾਂ ਨੇ ਇੱਕ ਪੋਲ ਖੜਾ ਕਰਕੇ ਇਹ ਮਾਡਲ ਆ ਜਿਹੜਾ ਉਹ ਬਣਾਇਆ ਗਿਆ। ਇਹ ਸਾਨੂੰ ਦੱਸਣਗੇ ਜਸਵਿੰਦਰ ਸਿੰਘ ਜੀ ਵੀ ਕਿਸ ਤਰ੍ਹਾਂ ਇਹ ਕੰਮ ਕਰਦਾ। ਇਸ ਦੇ ਵਿੱਚ ਜੀ ਇਹ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਹੈ, ਮਤਲਬ ਇਹ ਸੈਂਟਰ ਦੇ ਵਿੱਚ ਖੜਾ ਰਹਿੰਦਾ ਹਮੇਸ਼ਾ, ਜਦੋਂ ਵੀ ਖੜਾ ਰਹਿੰਦਾ, ਕਿਉਂਕਿ ਧਰਤੀ ਇਹਨੂੰ ਖਿੱਚ ਰਹੀ ਹੈ। ਜਦੋਂ ਇਸ ਨੂੰ ਚਾਹੇ ਇਧਰੋਂ ਕਰਕੇ ਚਾਹੇ ਇਧਰੋਂ ਕਰਕੇ, ਜਦੋਂ ਅਸੀਂ ਇਸ ਨੂੰ ਇਧਰੋਂ ਕਰਕੇ ਛੱਡਦੇ ਹਾਂ ਤਾਂ ਇਸ ਦੇ ਡੋਲਣ ਸ਼ੁਰੂ ਹੋ ਜਾਂਦੇ ਆ, ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਆਸੀਲੇਸ਼ਨਸ ਕਹਿੰਦੇ ਆ। ਤਾਂ ਇਹ ਕਿੰਨੇ ਸੈਕਿੰਡ ਦੇ ਵਿੱਚ ਕਿੰਨੀਆਂ ਆਸੀਲੇਸ਼ਨਸ ਕਰਦਾ ਹੈ ਉਸ ਨੂੰ ਅਸੀਂ ਕੈਲਕੂਲੇਟ ਕਰ ਲੈਂਦੇ ਆ। ਤਾਂ ਫਿਰ ਉਸ ਤੋਂ ਬਾਅਦ ਅਸੀਂ ਇੱਕ ਫਾਰਮੂਲਾ ਜਿਹੜਾ ਹੈਗਾ ਸਾਇੰਸ ਦਾ ਲਗਾ ਕੇ T = 4πL/g ਦਾ ਅੰਡਰ-ਰੂਟ ਕੱਢ ਕੇ ਉਹਦੇ ਨਾਲ ਉੱਥੋਂ g ਦੀ ਵੈਲਿਊ ਕੱਢ ਕੇ ਦਿਖਾ ਦਿੰਦੇ ਆ ਵੀ ਸਮਾਲ g ਜਿਹੜੀ ਗੁਰੂਤਾਕਰਸ਼ਣ ਖਿੱਚ ਹੈ ਉਹਦੀ ਕੀਮਤ ਕਿਵੇਂ ਨਿਕਲਦੀ ਹੈ। ਤੇ ਬੱਚੇ ਨੇ ਜੋ ਕਿਤਾਬਾਂ 'ਚ ਪੜ੍ਹਿਆ ਹੁੰਦਾ ਉਹਨੂੰ ਸਿੱਧ ਹੋ ਜਾਂਦਾ ਵੀ ਵਾਕਈ 9.8 ਪੜ੍ਹਦੇ ਤਾਂ ਰਹੇ ਆ, ਪਰ ਅੱਜ ਇਹ ਮੈਂ ਆਪ ਖੁਦ ਕੀਤਾ ਔਰ ਇੱਥੇ ਬੱਚਿਆਂ ਨੇ ਪ੍ਰੈਕਟੀਕਲੀ ਇਹਨਾਂ ਚੀਜ਼ਾਂ ਨੂੰ ਕਰਕੇ ਦੇਖਿਆ ਸਵੀਰ ਜੀ। ਇਸ ਤੋਂ ਇਲਾਵਾ ਜੇਕਰ ਆਪਾਂ ਗਿਣਤੀ ਦੀ ਗੱਲ ਕਰਦੇ ਹਾਂ, ਆਪਾਂ 1 2 3 ਪੜ੍ਹ ਤਾਂ ਲੈਂਦੇ ਆ, ਸਭ ਕੁਝ ਕਰ ਲੈਂਦੇ ਆ, ਪਰ ਆਪਾਂ ਨੂੰ ਐ ਨਹੀਂ ਪਤਾ ਵੀ 1 2 3 ਉਹਨਾਂ ਦੇ ਨਾਮ ਨੇ ਜਿਹੜੇ ਉਹ ਕਿਵੇਂ ਪਏ ਨੇ। ਇਹਨਾਂ ਨੇ ਇੱਕ ਪੋਸਟਰ ਲਗਾਇਆ, ਉਹਦੇ ਵਿੱਚ ਹੁਣ ਸਾਨੂੰ ਸਮਝਾਉਣਗੇ ਕਿ 1 2 3 ਦੇ ਉੱਪਰ ਸਾਰੇ ਅੱਖਰ ਲਿਖੇ ਪਏ ਨੇ ਵੀ ਇਹ ਨਾਮ ਨੇ ਜਿਹੜੇ ਉਹ ਪਏ ਕਿਵੇਂ ਨੇ। ਦੇਖੋ ਜੀ, ਜਿਹੜਾ 1 ਹੈ, ਜਦੋਂ ਅਸੀਂ 1 ਨੂੰ ਇਸ ਤਰ੍ਹਾਂ ਲਿਖਦੇ ਹਾਂ ਤਾਂ 1 ਦਾ ਮਤਲਬ ਇਹਦੇ ਵਿੱਚ ਇੱਕ ਕੋਣ ਬਣ ਰਿਹਾ, ਇੱਕ ਐਂਗਲ ਬਣ ਰਿਹਾ, ਤਾਂ ਇਹ 1 ਨੂੰ ਡਿਪਿਕਟ ਕਰ ਰਿਹਾ। ਇਹ 2 ਜਦੋਂ ਲਿਖਿਆ ਜਾਂਦਾ ਤਾਂ ਇਹਦੇ ਵਿੱਚ 2 ਐਂਗਲ ਬਣਦੇ, ਜਦੋਂ ਇਹ 3 ਆ ਜਾਂਦਾ ਤਾਂ ਇਹਦੇ ਵਿੱਚ 1 2 ਤੇ 3 ਐਂਗਲ ਬਣਦੇ। ਜਿਹੜਾ 4 ਅੱਖਰ ਲਿਖਦੇ ਆ ਅਸੀਂ, 4 ਦੇ ਵਿੱਚ 4 ਐਂਗਲ ਬਣਨਗੇ ਸਾਡੇ ਕੋਲ, 1 2 3 ਤੇ ਆ 4, 1 2 3 ਤੇ ਆ 4। ਇਸੇ ਤਰ੍ਹਾਂ ਹੀ 5 ਦੇ ਵਿੱਚ 5 ਐਂਗਲ ਬਣਦੇ ਆ, 6 'ਚ 6, 7 'ਚ 7, 8 'ਚ 8, 9 'ਚ 9, ਤੇ 0 ਦਾ ਮਤਲਬ ਇਹਦੇ 'ਚ ਕੋਈ ਵੀ ਕੋਣ ਨਹੀਂ ਬਣ ਰਿਹਾ, ਕਿਉਂਕਿ ਕੋਣ ਦੀ ਪਰਿਭਾਸ਼ਾ ਦੇਣ ਲੱਗਿਆ ਅਸੀਂ ਇਹੀ ਦੇਖਦੇ ਹਾਂ ਨਾ ਵੀ ਕੋਣ ਹੁੰਦਾ ਕੀ ਹੈ। ਜਦੋਂ 2 ਰੇਖਾਵਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿਲਦੀਆਂ ਤੇ ਉਹਨਾਂ ਦਾ ਜਿਹੜਾ ਐਂਡ ਪੁਆਇੰਟ ਆ ਉਹ ਇੱਕ ਹੋ ਜਾਂਦਾ ਤਾਂ ਉੱਥੇ ਕੋਣ ਬਣਦਾ। ਤਾਂ ਇਸ ਤਰ੍ਹਾਂ ਛੋਟੀਆਂ ਚੀਜ਼ਾਂ ਮਤਲਬ ਬੱਚਿਆਂ ਨੂੰ ਪਤਾ ਲੱਗ ਜੇ, ਉਹਨਾਂ ਨੂੰ ਔਖੀ ਨਾ ਲੱਗੇ ਪੜ੍ਹਾਈ, ਕਿਉਂਕਿ ਸਾਇੰਸ ਮੈਥ ਤੋਂ ਬੱਚੇ ਡਰਦੇ ਮਾਰੇ ਆਉਂਦੇ ਹੀ ਨਹੀਂ ਵੀ ਪਤਾ ਨਹੀਂ ਜੀ ਔਖਾ ਹੈ ਜੀ, ਬਹੁਤ ਕੀਮਤੀ ਪੜ੍ਹਾਈ ਹੈ। ਨਹੀਂ, ਇਹ ਤਾਂ ਬਹੁਤ ਆਨੰਦਦਾਇਕ ਪੜ੍ਹਾਈ ਹੈ ਔਰ ਇਹੀ ਸਾਡਾ ਬੇਸ ਹੈ ਜੀ। ਇਸ ਤੋਂ ਇਲਾਵਾ ਜੇਕਰ ਆਪਾਂ ਇੱਕ ਮਸ਼ੀਨਰੀ ਟਾਈਪ ਤੁਸੀਂ ਬਣਾਇਆ ਹੋਇਆ, ਉਹਦੇ ਉੱਤੇ ਗੱਡੀਆਂ ਲਾਈਆਂ ਗਈਆਂ ਨੇ, ਗਰਾਰੀਆਂ ਲਗਾਈਆਂ ਗਈਆਂ ਨੇ, ਇਹਦਾ ਕੀ ਹੈ, ਇਹਦੇ ਨਾਲ ਕੀ ਸੰਬੰਧ ਆ ਗਰਾਰੀਆਂ ਦਾ ਤੇ ਗੱਡੀਆਂ ਲਗਾਈਆਂ ਗਈਆਂ ਨੇ? ਅਕਸਰ ਮੇਲਿਆਂ ਦੇ ਵਿੱਚ ਇਹੋ ਜਿਹੇ ਝੂਟੇ ਲੈਂਦੇ ਨੇ ਬੱਚੇ, ਪਰ ਤੁਸੀਂ ਇਹਦਾ ਕੀ ਬਣਾਇਆ ਹੋਇਆ? ਦੇਖੋ, ਵਿਗਿਆਨ ਦਾ ਇਹ ਹੁੰਦਾ ਵੀ ਜਿਹੜੀ ਵੀ ਚੀਜ਼ ਤੁਹਾਨੂੰ ਮਿਲ ਜੇ ਨਾ ਉਸੇ ਤੋਂ ਹੀ ਅਸੀਂ ਪ੍ਰਯੋਗ ਕਰ ਲੈਂਦੇ ਹਾਂ ਸ਼ੁਰੂ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀਆਂ ਲਗਾਈਆਂ ਅਸੀਂ ਕਾਰਾਂ ਲਗਾਈਆਂ ਜਾਂ ਬੱਸਾਂ ਲਗਾਈਆਂ, ਤੇ ਜਦੋਂ ਚੌਂਕ ਦੇ ਵਿੱਚ ਇਹ ਘੁੰਮਦੀਆਂ, ਦੇਖੋ ਚੌਂਕ ਤਾਂ ਲੱਗੇ ਹੋਏ ਆ, ਜਦੋਂ ਚੌਂਕ ਦੇ ਵਿੱਚ ਇਹਨਾਂ ਗੱਡੀਆਂ ਨੇ ਘੁੰਮਣਾ ਹੈਗਾ ਤਾਂ ਉਸ ਵਕਤ ਥੱਲੇ ਜਿਹੜੀ ਸਾਡੀ ਸੜਕ ਹੈ, ਸੜਕ ਦੇ ਥੱਲੇ ਅਸੀਂ ਇੱਕ ਐਸਾ ਸਿਸਟਮ ਲਗਾਇਆ ਜਿਸ ਦੇ ਵਿੱਚ ਕਿ ਗਰਾਰੀਆਂ ਲੱਗੀਆਂ ਹੋਣਗੀਆਂ ਔਰ ਤਾਂਬੇ ਦੀਆਂ ਤਾਰਾਂ ਹੋਣਗੀਆਂ ਆਲੇ ਦੁਆਲੇ, ਔਰ ਉਸ ਦੇ ਵਿੱਚ ਜਿਹੜਾ ਹੈ ਚੁੰਬਕੀ ਚੀਜ਼ਾਂ ਜਿਹੜੀਆਂ ਉਹ ਘੁੰਮਣਗੀਆਂ। ਇਹ ਸਾਡਾ ਸਿਧਾਂਤ ਹੈ ਕਿ ਜਦੋਂ ਤਾਂਬੇ ਦੀਆਂ ਤਾਰਾਂ ਦੇ ਵਿੱਚ ਚੁੰਬਕ ਨੂੰ ਘੁਮਾਇਆ ਜਾਂਦਾ ਹੈ ਤਾਂ ਇੱਕ ਖਾਸ ਦਿਸ਼ਾ ਦੇ ਵਿੱਚ ਘੁੰਮਣ ਦੇ ਨਾਲ ਉਹ ਬਿਜਲੀ ਨੂੰ ਪੈਦਾ ਕਰ ਦਿੰਦਾ ਹੈ। ਤਾਂ ਉਹ ਜਿਹੜੀ ਬਿਜਲੀ ਹੈ ਉਹ ਆਟੋਮੈਟਿਕਲੀ ਪੈਦਾ ਹੋਈ ਜਾਊਗੀ ਕਿ ਤਾਂ ਘੱਟੋ ਘੱਟ ਉਸ ਚੌਂਕ ਨੂੰ, ਜਿੱਥੇ ਅਸੀਂ ਅੱਜ ਸੋਲਰ ਦੀਆਂ ਗੱਲਾਂ ਕਰਦੇ ਹਾਂ, ਹੋਰ ਗੱਲਾਂ ਕਰਦੇ ਹਾਂ, ਉਸ ਚੌਂਕ ਨੂੰ ਇੱਥੋਂ ਹੀ ਬਿਜਲੀ ਮਿਲੀ ਜਾਣੀ ਹੈ ਆਟੋਮੈਟਿਕਲੀ। ਬਸ ਗੱਡੀਆਂ ਨੇ ਚੱਲੀ ਜਾਣਾ ਤੇ ਉਹ ਲਾਈਟਾਂ ਨੇ ਜਗੀ ਜਾਣਾ, ਤੇ ਜੇ ਦਿਨ ਵੇਲੇ ਚੱਲਣਗੀਆਂ ਤਾਂ ਦਿਨ ਵੇਲੇ ਉਸ ਨੂੰ ਅਸੀਂ ਬੈਟਰੀ ਦੇ ਵਿੱਚ ਸਟੋਰ ਲਗਾ ਲਿਆ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਦਰਖਤ ਬਣਾਇਆ ਜਿਹਦੇ ਵਿੱਚ ਆਪਣੇ 10 ਲੀਡਰ ਨੇ ਜਿਹੜੇ ਉਹ ਦਿਖਦੇ ਨੇ। ਉਹ ਇਹਨਾਂ ਦਾ ਦਰਖਤ ਬਣਾਇਆ, ਉਹ ਇੱਕ ਪੋਸਟਰ ਲਗਾਇਆ ਗਿਆ, ਉਹ ਬੱਚਿਆਂ ਨੂੰ ਇਹਦੇ ਵਿੱਚੋਂ 10 ਲੀਡਰ ਨੇ ਉਹ ਦਿਖਾਉਂਦੇ ਨੇ, ਬੱਚਿਆਂ ਬਾਰੇ ਜਿਹੜੀ ਆ ਉਹ ਗੱਲਬਾਤ ਕਰਦੇ ਨੇ ਤੇ ਬੱਚਿਆਂ ਨੂੰ ਦੱਸਦੇ ਨੇ
ਕਿ ਉਹਨਾਂ ਦਾ ਜਿਹੜਾ ਉਹ ਦਿਮਾਗ ਆ ਉਹ ਸਹੀ ਟਿਕਾਣੇ ਤੇ ਹੈ ਜਾਂ ਨਹੀਂ ਹੈ। ਉਹਨਾਂ ਨੂੰ ਕਹਿੰਦੇ ਨੇ ਕਿ ਕੁਝ ਟਾਈਮ ਲਈ ਇਹਦੇ ਵੱਲ ਦੇਖੋ ਤੇ ਮੈਨੂੰ ਦੱਸੋ ਵੀ ਕਿੱਥੇ ਕਿੱਥੇ ਲੀਡਰ ਨੇ। ਤੁਸੀਂ ਵੀ ਤਸਵੀਰਾਂ 'ਚ ਇਹਦੇ ਵੱਲ ਫੋਕਸ ਕਰਕੇ ਦੇਖੋ ਤਾਂ ਤੁਹਾਨੂੰ ਵੀ ਇਹਦੇ ਵਿੱਚ 10 ਲੀਡਰ ਨੇ ਜਿਹੜੇ ਦਿਖਣਗੇ। ਹੁਣ ਸਾਨੂੰ ਦੱਸਣਗੇ ਇਹ ਵੀ ਕਿੱਥੇ ਕਿੱਥੇ ਜਿਹੜੇ ਲੀਡਰ ਨੇ ਉਹ ਕਿਹੜੇ ਕਿਹੜੇ ਬੈਠੇ ਨੇ। ਹਾਂਜੀ, ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਇੱਕ ਟਰੀ ਬਣਾਇਆ ਹੈ, ਤਾਂ ਇਸ ਟਰੀ ਦੇ ਵਿੱਚ ਕੀ ਹੈ ਕਿ ਬੱਚੇ ਜਦੋਂ ਕੰਸਨਟ੍ਰੇਸ਼ਨ ਦੇ ਨਾਲ ਦੇਖਦੇ, ਨਹੀਂ ਤਾਂ ਅਗਲਾ ਕਹਿੰਦਾ ਲੈ ਦਰਖਤ ਹੈ ਤਾਂ ਕੀ ਹੈ ਨਾ ਜੀ, ਇਹ ਜਿਹਾ ਦਰਖਤ ਖੜਾ ਅਸਲੀ ਖੜਾ ਉਹਦੇ ਉੱਤੇ ਪੋਸਟਰ ਲਾਤਾ ਤੁਸੀਂ। ਪਰ ਨਹੀਂ, ਇਸ ਦੇ ਵਿੱਚ ਮੈਂ ਉਹਨੂੰ ਕਹਿੰਦਾ ਵੀ ਇਹਨੂੰ ਦੇਖੀ ਚੱਲੋ ਦੇਖੀ ਚੱਲੋ ਦੇਖੀ ਚੱਲੋ। ਜਦੋਂ ਕੰਸਨਟ੍ਰੇਸ਼ਨ ਲੈਵਲ ਉਹਨਾਂ ਦਾ ਆ ਜਾਂਦਾ ਤਾਂ ਉਹਨਾਂ ਨੂੰ ਲੱਗਦਾ ਹੈ ਵੀ ਹਾਂ ਵੀ ਕੰਸਨਟ੍ਰੇਸ਼ਨ ਕੋਈ ਚੀਜ਼ ਹੈ। ਤਾਂ ਹੀ ਤਾਂ ਸਾਡੇ ਅਧਿਆਪਕ ਸਾਨੂੰ ਕਹਿੰਦੇ ਹੁੰਦੇ ਵੀ ਧਿਆਨ ਨਾਲ ਪੜ੍ਹ, ਧਿਆਨ ਨਾਲ ਚੱਲ, ਧਿਆਨ ਨਾਲ ਲਿਖ। ਤਾਂ ਧਿਆਨ ਕੋਈ ਚੀਜ਼ ਹੁੰਦੀ ਹੈ ਤਾਂ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਧਿਆਨ ਆਹ ਚੀਜ਼ ਹੈ। ਧਿਆਨ ਕੀ ਹੈ ਕਿ ਜਿਵੇਂ ਇਸ ਦੇ ਵਿੱਚ ਆਹ ਤੁਸੀਂ ਦੇਖ ਰਹੇ ਹੋ, ਇੱਕ ਲੀਡਰ ਸਾਡੇ ਇੱਥੇ ਹੈ, ਇੱਕ ਇੱਥੇ ਬੈਠੇ ਹੈ, ਇੱਕ ਇੱਥੇ ਤੁਹਾਨੂੰ ਨਜ਼ਰ ਆਣਗੇ, ਇੱਕ ਇੱਥੇ ਨਜ਼ਰ ਆਣਗੇ, ਇੱਕ ਇੱਥੇ ਨਜ਼ਰ ਆਣਗੇ, ਇੱਕ ਇੱਥੇ ਨਜ਼ਰ ਆਣਗੇ। ਫਿਰ ਥੋੜੀ ਦੇਰ ਬਾਅਦ ਉਹ ਹਾਂਜੀ ਸਰ ਉਹ ਮਹਾਤਮਾ ਗਾਂਧੀ ਜੀ ਵੀ ਹੈਗੇ ਆ, ਸੁਭਾਸ਼ ਚੰਦਰ ਬੋਸ ਜੀ, ਤਾਂਤੀਆ ਟੋਪੇ ਜੀ, ਰਾਜੀਵ ਗਾਂਧੀ ਜੀ ਨਜ਼ਰ ਆ ਗਏ ਜੀ, ਆਹ ਇੰਦਰਾ ਗਾਂਧੀ ਵੀ ਹੈਗੇ ਜੀ ਵਿੱਚ, ਆਹ ਸਾਡੇ ਜੀ ਉਹ ਇਸ ਤਰ੍ਹਾਂ ਬਾਗ ਗੰਗਾਧਰ ਤਿਲਕ ਆ ਗਏ ਜੀ। ਤਾਂ ਇਸ ਤਰ੍ਹਾਂ ਦੇ ਲੀਡਰਾਂ ਦੀ ਇੱਕ ਤਾਂ ਉਹਨਾਂ ਦੀ ਵਾਕਫੀਅਤ ਹੋ ਜਾਂਦੀ ਹੈ, ਇੱਕ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਕਿੰਨੀ ਕਾਰੀਗਰੀ ਹੈ। ਇਹ ਡਰਾਇੰਗ ਦੇ ਨਾਲ ਹੀ ਇੱਕ ਬੰਦੇ ਨੇ ਇਸ ਨੂੰ ਟਰੀ ਨੂੰ ਬਣਾ ਕੇ ਮਤਲਬ ਉਹਦੇ ਵਿੱਚ ਇਹ ਜਿਹੜੇ ਹੈ ਲੀਡਰ ਦਿਖਾਤੇ ਹੋਏ ਹੈ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਕੋਸ਼ਿਸ਼ ਕਰਦੇ ਹਾਂ ਜੀ। ਇਸ ਤੋਂ ਇਲਾਵਾ ਇੱਕ ਜਿਹੜੀ ਤੁਸੀਂ ਤੋਪ ਲਗਾਈ ਗਈ ਹੈ ਇਹਦਾ ਕੀ ਸੰਬੰਧ ਹੈ ਇੱਥੇ, ਇਹ ਵੀ ਤੁਸੀਂ ਰੱਖੀ ਹੈ, ਇਹਦੇ ਬਾਰੇ ਕੀ ਕਹਿਣਾ? ਇਹ ਇੱਕ ਮਾਡਲ ਦੇ ਤੌਰ ਤੇ ਜਿਵੇਂ ਅਸੀਂ PSL ਵੀ ਲਗਾਈ ਸੀ ਤਾਂ ਬੱਚਿਆਂ ਨੂੰ ਪਤਾ ਲੱਗੇ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਤੋਪਾਂ ਸੀਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਮੂਵ ਕਰਾਇਆ ਜਾਂਦਾ ਸੀ, ਉਹ ਵਰਕਿੰਗ ਉਹਨਾਂ ਦੀ ਕੀ ਹੁੰਦੀ ਸੀ, ਉਹ ਕਿਵੇਂ ਕੰਮ ਕਰਦੀਆਂ ਸੀਗੀਆਂ। ਤੇ ਉਹਨਾਂ ਦੇ ਬੈਰਲ ਜਿਹੜੇ ਹੁੰਦੇ ਸੀਗੇ, ਸਾਡਾ ਇੱਕ ਵਿਗਿਆਨੀ ਹੋਇਆ ਜੀ, ਉਸਨੇ ਬੈਰਲ ਦੇ ਵਿੱਚੋਂ ਜਦੋਂ ਬੈਰਲ ਨੂੰ ਉਸਨੇ ਖੋਦਣਾ ਸ਼ੁਰੂ ਕੀਤਾ, ਵਿੱਚੋਂ ਲੋਹੇ ਨੂੰ ਕੱਢਣਾ ਸ਼ੁਰੂ ਕੀਤਾ, ਤਾਂ ਉਸ ਵਕਤ ਉਸਨੇ ਦੱਸਿਆ ਸੀਗਾ ਕਿ ਹੀਟ ਹੈ ਜਿਹੜੀ ਇਹ ਉਹਦੇ ਵਿੱਚੋਂ ਨਿਕਲਦੀ ਰਹੂਗੀ ਜਦ ਤੱਕ ਅਸੀਂ ਉਸ ਨੂੰ ਬੋਰ ਕਰੀ ਜਾਵਾਂਗੇ ਕਿਉਂਕਿ ਇਸ ਨੂੰ ਬੈਰਲ ਨੂੰ ਬਣਾਉਣ ਦੇ ਲਈ ਇਹਦੇ ਵਿੱਚ ਮੋਰੀ ਕੱਢਣੀ ਪੈਂਦੀ ਹੈ, ਤਾਂ ਹੀ ਇਹਦੇ ਵਿੱਚੋਂ ਬਰੂਦ ਹੈ ਜਿਹੜਾ ਨਿਕਲ ਕੇ ਜਾਂਦਾ। ਤਾਂ ਹੁਣ ਉਹਨਾਂ ਨੂੰ ਇਹ ਦੱਸਣਾ ਵੀ ਉਹ ਬਰੂਦ ਹੈ ਜਿਹੜਾ ਕਿਵੇਂ ਨਿਕਲ ਕੇ ਜਾਊਗਾ ਤੇ ਕਿੰਨੇ ਐਂਗਲ ਤੇ ਇਸ ਨੂੰ ਰੱਖਿਆ। ਦੇਖੋ ਇਸ ਦਾ ਐਂਗਲ ਬਹੁਤ ਜ਼ਰੂਰੀ ਹੈ ਤੇ ਅਸੀਂ ਇਹ ਫਿਜ਼ਿਕਸ ਦੇ ਵਿੱਚ ਉਹਨਾਂ ਨੂੰ ਪੜ੍ਹਾਉਂਦੇ ਕਿ ਜਦੋਂ ਕਿਸੇ ਵੀ ਚੀਜ਼ ਨੂੰ ਤੁਸੀਂ 45 ਡਿਗਰੀ ਤੇ ਸਿੱਟੋਗੇ ਤਾਂ ਸਭ ਤੋਂ ਦੂਰ ਜਾਊਗੀ। ਤਾਂ ਅਸੀਂ ਫਿਜ਼ੀਕਲ ਐਜੂਕੇਸ਼ਨ 'ਚ ਪੜ੍ਹਾਉਂਦੇ ਹਾਂ ਜੈਵਲਿਨ ਥਰੋ, ਵੀ ਜੈਵਲਿਨ ਨੂੰ ਜਦੋਂ ਤੁਸੀਂ ਸੁੱਟਣਾ ਤਾਂ ਇਸ ਤਰ੍ਹਾਂ ਦੇ ਨਾਲ ਸੁੱਟਣਾ ਹੈ ਕਿ ਉਹ ਜਿਹੜੇ 45 ਡਿਗਰੀ ਤੇ ਸੁੱਟੇ ਸਭ ਤੋਂ ਦੂਰ ਜਾਊਗਾ ਤੁਹਾਡਾ। ਤਾਂ ਇਹ ਚੀਜ਼ਾਂ ਜਿਹੜੀਆਂ ਪੜ੍ਹਾਈ ਦੇ ਨਾਲ ਉਸ ਨੂੰ ਹੋਰ ਵੀ ਵਾਕਫੀਅਤ ਕਰਾ ਦਿੰਦੀਆਂ। ਤਾਂ ਹੁਣ ਤੁਸੀਂ ਦੇਖ ਰਹੇ ਸੀ ਅਸੀਂ PSL ਵੀ ਮੈਂ ਦਿਖਾਉਣਾ ਚਾਹੂੰਗਾ ਜੇ ਮੇਰੇ ਸਾਥੀ ਕੈਮਰਾਮੈਨ ਉਹ ਦੇਖਣ, ਸਾਹਮਣੇ ਇੱਕ ਜਹਾਜ਼ ਹੈ ਜਿਹੜਾ ਉਹ ਕਿਸ ਤਰ੍ਹਾਂ ਦੇ ਨਾਲ ਉਹਨੂੰ ਛੱਡਦਾ ਜਾ ਰਿਹਾ ਹੈ, ਉਹ ਤੁਸੀਂ ਆਕਾਸ਼ ਦੇ ਵਿੱਚ ਇਸ ਵੇਲੇ ਲਾਈਵ ਦੇਖ ਸਕਦੇ ਹੋ। ਤੇ ਉਸ ਦੇ ਵਿੱਚ ਪਿੱਛੇ ਬੱਚਿਆਂ ਨੂੰ ਇਹ ਹੁੰਦਾ ਕਿ ਸਰ ਇਹ ਪਤਾ ਨਹੀਂ ਜੀ ਧੂਆਂ ਜਾਂ ਕੀ ਛੱਡਦਾ ਜਾ ਰਿਹਾ। ਤਾਂ ਮਤਲਬ ਇਹ ਜਿਹੜਾ ਵੀ ਕੋਈ ਅਸੀਂ ਸੈਟੇਲਾਈਟ ਭੇਜਦੇ ਹਾਂ 600-700 ਕਿਲੋ ਦਾ ਹੋਇਆ ਕਰਦਾ, ਤਾਂ ਇੰਨੇ ਭਾਰੀ ਚੀਜ਼ ਨੂੰ ਆਕਾਸ਼ ਦੇ ਵਿੱਚ ਭੇਜ ਦੇਣਾ ਔਰ ਆਕਾਸ਼ ਦੇ ਵਿੱਚੋਂ ਫਿਰ ਵਾਪਸ ਧਰਤੀ ਤੇ ਲਿਆਉਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਜੀ ਵਿਗਿਆਨ ਦੀ। ਤੇ ਜਦੋਂ ਇਹਨੇ ਪੰਛੀਆਂ ਨੂੰ ਉੜਦੇ ਹੋਏ ਦੇਖਿਆ ਸੀ ਤਾਂ ਉਸ ਤੋਂ ਬਾਅਦ ਇਹਨੇ ਆਪ ਉੱਡਣਾ ਸ਼ੁਰੂ ਕੀਤਾ। ਤੇ ਇਹ ਚੀਜ਼ਾਂ ਤੁਸੀਂ ਅੱਜ ਬੱਚਿਆਂ ਨੂੰ ਸਿਖਾ ਸਕਦੇ ਹੋ, ਦਿਖਾ ਸਕਦੇ ਹਾਂ ਅਸੀਂ। ਇੱਥੇ ਇਹੀ ਗੱਲ ਨਹੀਂ ਸੂਰ ਜੀ, ਅਸੀਂ ਜੇ ਹੱਡੀਆਂ ਦੀ ਗੱਲ ਕਰੀਏ ਵੀ ਮਨੁੱਖੀ ਪਿੰਜਰ ਦੇ ਵਿੱਚ ਜੀ ਇੰਨੀਆਂ ਹੱਡੀਆਂ ਹੁੰਦੀਆਂ ਉਹਦੀ ਗਿਣਤੀ ਅਸੀਂ ਕਰਾ ਦਿੰਦੇ ਹਾਂ ਕਿ 206 ਹੱਡੀਆਂ ਹੁੰਦੀਆਂ। ਤਾਂ ਕਿਵੇਂ ਉਹਨੂੰ ਛੇਤੀ ਦੇ ਨਾਲ ਉਸ ਨੂੰ ਯਾਦ ਕਰਾਉਣਾ ਉਸ ਨੂੰ ਬੱਚੇ ਨੂੰ ਕਿ ਹਾਂ ਵੀ ਇਹ 206 ਹੱਡੀਆਂ। ਇਹ ਅਸੀਂ ਇੱਕ ਪਿੰਜਰ ਲਗਾਇਆ ਜੀ ਇੱਥੇ ਜੀ, ਤੁਸੀਂ ਦੇਖ ਸਕਦੇ ਹੋ ਕਿ ਇਸ ਪਿੰਜਰ ਦੇ ਵਿੱਚ ਇਹ ਮਨੁੱਖੀ ਪਿੰਜਰ ਹੈ ਸਾਡਾ। ਮਤਲਬ ਇਸ ਦੇ ਵਿੱਚ ਜਿਵੇਂ ਅਧਿਆਤਮਕ ਲੋਕ ਕਹਿੰਦੇ ਆ ਵੀ ਸਾਡੇ ਸਰੀਰ ਦੇ ਵਿੱਚ ਇੱਕ ਹੋਰ ਸਰੀਰ ਹੈ, ਤਾਂ ਇੱਕ ਹੱਡੀਆਂ ਦੇ ਉੱਤੇ ਮਾਸ ਚੜਿਆ ਹੋਇਆ। ਤਾਂ ਹੁਣ ਇਹ ਹੱਡੀਆਂ ਕਿੱਥੇ ਕਿੰਨੀਆਂ ਹੁੰਦੀਆਂ ਇਹ ਸਿਖਾਉਣ ਦੇ ਲਈ ਮੈਂ ਇੱਕ ਆਪਣੇ ਵੱਲੋਂ ਇੱਕ ਇਜਾਦ ਕੀਤਾ ਸਿਸਟਮ, ਜਿਸ ਨੂੰ ਅਸੀਂ 26 27 28 ਦੇ ਨਾਮ ਨਾਲ ਯਾਦ ਕਰਾਉਣਾ ਮੈਂ ਬੱਚਿਆਂ ਨੂੰ। 26 ਤੋਂ ਉਹਨਾਂ ਨੂੰ 26 ਜਨਵਰੀ ਕਹਿ ਦਿੰਦਾ, 26 ਹੇਠਾਂ ਤੋਂ ਸ਼ੁਰੂ ਕਰਦੀ ਹੈ 26 27 ਤੇ 28। ਕੀ ਹੈ ਵੀ 26 ਹੱਡੀਆਂ ਪੈਰ 'ਚ ਹੋਇਆ ਕਰਦੀ, ਇੱਕ ਪੈਰ 'ਚ 26 ਹੱਡੀਆਂ ਹੋਇਆ ਕਰਦੀਆਂ ਜੀ, ਤਾਂ ਦੂਜੇ 'ਚ ਵੀ 26 ਹੈ ਸਾਡੇ ਕੋਲ। ਹੁਣ ਇਹ ਹੱਥ ਹੈ ਸਾਡਾ, ਇਹ ਇਸ ਹੱਥ 'ਚ 27 ਹੱਡੀਆਂ ਹੋਇਆ ਕਰਦੀਆਂ, ਇਸ 'ਚ ਵੀ 27 ਹੈ। ਤਾਂ 26 27 27 ਤਾਂ ਆ ਉੱਪਰ ਹੈ ਜਿਹੜਾ ਪੋਰਸ਼ਨ ਇਹ ਪੂਰਾ ਸਾਡਾ ਇੱਥੇ ਗਰਦਨ ਤੱਕ, ਇਹਦੇ ਵਿੱਚ 28 ਹੱਡੀਆਂ ਹੋਇਆ ਕਰਦੀਆਂ। ਉਹਦੇ ਵਿੱਚ ਜਿਹੜਾ ਸਕਲ ਹੈ ਉੱਪਰਲਾ ਹਿੱਸਾ ਖੋਪੜੀ ਜਿਸ ਨੂੰ ਕਹਿ ਦਿੰਦੇ ਆ, ਉਹਦੇ ਵਿੱਚ ਸਾਡੀਆਂ 8 ਹੱਡੀਆਂ ਹੋਇਆ ਕਰਦੀਆਂ। ਫੇਸ ਦੇ ਵਿੱਚ 14 ਹੋਇਆ ਕਰਦੀਆਂ, ਜਿਹੜਾ ਸਾਡਾ ਚਿਹਰਾ ਹੈ ਉਹਦੇ 'ਚ 14 ਹੱਡੀਆਂ। ਇਸ ਕੰਨ ਦੇ ਵਿੱਚ 3 ਹੱਡੀਆਂ, ਇਸ ਕੰਨ ਤੇ 3 ਹੱਡੀਆਂ। 14 ਤੇ 8 22 ਤੇ 3 25 ਤੇ 3 28, ਇਸ ਤਰ੍ਹਾਂ ਉੱਪਰਲੇ ਹਿੱਸੇ 'ਚ 28 ਹੱਡੀਆਂ ਹੋਇਆ ਕਰਦੀਆਂ। ਤਾਂ ਦੇਖੋ ਮੈਂ ਕਹਿੰਦਾ ਵੀ ਇਹ ਜਿਹੜਾ ਸਿਸਟਮ ਬਣਾਇਆ ਗਿਆ, ਜਿਸਨੇ ਵੀ ਬਣਾਇਆ, ਜਿਸਨੇ ਵੀ ਇਸ ਨੂੰ ਸੋਚਿਆ ਸਮਝਿਆ ਤੇ ਬਣਾਇਆ, ਉਹ ਕਿੰਨਾ ਜ਼ਬਰਦਸਤ ਹੋਊਗਾ ਵੀ 26 52 ਇੱਥੇ ਰੱਖੀਆਂ ਪੈਰਾਂ ਤੇ, ਦੋਵੇਂ ਪੈਰਾਂ ਦੇ ਵਿੱਚ ਜੋੜ 52 ਦਾ ਹੁੰਦਾ। ਤਾਂ ਆ ਜਿਹੜਾ ਸਾਡਾ ਸੈਂਟਰ ਪੋਰਸ਼ਨ ਹੈ ਜਿਸ ਨੂੰ ਕਿ ਅਸੀਂ ਬੈਲੈਂਸ ਪੋਰਸ਼ਨ ਕਹਿੰਦੇ ਆ ਆਪਣੇ ਨੂੰ,
ਤਾਂ ਉਹ ਕਿਵੇਂ ਬੈਲੈਂਸ ਰਹਿੰਦਾ ਉਸ ਦੇ ਵਿੱਚ ਵੀ 52 ਹੱਡੀਆਂ ਹੋਇਆ ਕਰਦੀਆਂ। ਤਾਂ ਸਾਡੇ ਕੋਲ ਆ ਬਾਹਾਂ ਰਹਿ ਗਈਆਂ ਜੀ ਤੇ ਲੱਤਾਂ ਰਹਿ ਗਈਆਂ, ਇਸ ਦੇ ਵਿੱਚ ਵੀ 5, ਇਸ ਦੇ ਵਿੱਚ ਵੀ 5, ਇਸ ਦੇ ਵਿੱਚ ਵੀ 5, ਇਸ ਦੇ ਵਿੱਚ ਵੀ 5। ਤਾਂ ਤੁਸੀਂ ਹੁਣ ਇਹਨਾਂ ਦਾ ਜੋੜ ਲਾ ਕੇ ਦੇਖ ਲਓ, ਮੈਂ ਤੁਹਾਨੂੰ ਬੋਰਡ ਦੇ ਉੱਤੇ ਦਾ ਜੋੜ ਲਾ ਕੇ ਦਿਖਾਊਂਗਾ, ਪੂਰਾ 206 ਹੀ ਬਣਦਾ ਜੀ। ਤਾਂ 206 ਹੱਡੀਆਂ ਨੂੰ 1 ਮਿੰਟ ਦੇ ਵਿੱਚ ਜੇ ਬੱਚਾ ਸਾਡਾ ਯਾਦ ਕਰ ਲੈਂਦਾ ਤਾਂ ਉਸ ਨੂੰ ਸਾਇੰਸ ਦੇ ਵਿੱਚ ਦਿਲਚਸਪੀ ਤਾਂ ਆਟੋਮੈਟਿਕਲੀ ਹੋਣੀ ਹੈ, ਕੋਈ ਰੋਕ ਨਹੀਂ ਸਕਦਾ। ਪ੍ਰੈਕਟੀਕਲ ਆ ਸਾਰਾ ਕੁਝ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਜਿਹੜੇ ਆਪਣੇ ਸਕੇਲ ਹੁੰਦੇ ਨੇ ਉਹ ਟੰਗੇ ਹੋਏ ਨੇ। ਇਹ ਸਕੇਲਾਂ ਦਾ ਵੀ ਇੱਕ ਜਿਹੜਾ ਉਹ ਆਪਦੇ ਆਪ ਦੇ ਵਿੱਚ ਕੁਝ ਮੈਥਡ ਹੈਗਾ, ਉਹ ਸਾਨੂੰ ਸਾਰਾ ਆਪਣੇ ਆਪ ਦੱਸਣਗੇ ਵੀ ਇਹ ਕੀ ਚੀਜ਼ ਹੈ। ਇਹਦੇ ਉੱਤੇ ਨੰਬਰਿੰਗ ਲਿਖੀ ਵੀ ਆ 1 ਤੋਂ ਲੈ ਕੇ 10 ਦੇ ਤੱਕ, ਉਹ ਸਰ ਸਾਨੂੰ ਦੱਸਣਗੇ ਕੀ ਹੈ ਜੀ ਇਹ ਜਿਹੜੇ ਸਕੇਲ ਤੁਸੀਂ ਟੰਗੇ ਨੇ। ਹਾਂ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਛੋਟੇ ਛੋਟੇ ਮਾਡਲ ਜਦੋਂ ਅਸੀਂ ਬੱਚਿਆਂ ਲਈ ਬਣਾਉਂਦੇ ਆ ਨਾ, ਤਾਂ ਉਹਨਾਂ ਦੇ ਲਈ ਮਤਲਬ ਵੀ ਇੱਕ ਕਰਾਮਾਤ ਦਾ ਕੰਮ ਕਰਦੇ ਆ। ਕਰਾਮਾਤ ਦਾ ਕੰਮ ਕਿਵੇਂ ਕਰਦੇ ਆ ਵੀ ਇਹ ਮੈਂ 10 ਸਟ੍ਰਿਪਸ ਲਗਾਈਆਂ, ਤਾਂ ਇਸ ਦੇ ਵਿੱਚ ਇਹ ਪਹਿਲਾ ਨੰਬਰ ਹੈ, ਦੂਜਾ, ਤੀਸਰਾ, ਚੌਥਾ, ਪੰਜਵਾਂ, 6ਵਾਂ, 7ਵਾਂ, 8ਵਾਂ, 9ਵਾਂ, 10ਵਾਂ ਇਹ ਨੰਬਰ ਲਗਾਏ। ਕੋਈ ਵੀ ਇੱਕ ਨੰਬਰ ਨੂੰ ਫੜਦਾ, ਮੰਨ ਲਓ ਅਸੀਂ 4 ਨੰਬਰ ਨੂੰ ਪਕੜ ਲਿਆ, ਤਾਂ ਉਹ ਬੱਚਾ ਜਦੋਂ ਇਸ 4 ਨੰਬਰ ਨੂੰ ਪਕੜਦਾ ਹੈ ਤਾਂ ਉਹਦੇ ਕੋਲ 1 2 3 ਇੱਧਰ ਰਹਿ ਜਾਂਦੇ ਆ, 1 2 3 4 5 6 ਇੱਧਰ ਲੈ ਜਾਂਦੇ। ਮੈਂ ਕਹਿੰਦਾ ਵੀ ਬੱਚੇ 3 ਇੱਧਰ ਲਿਖ ਲੈ, 6 ਇੱਧਰ ਲਿਖ ਲੈ, ਤਾਂ ਉਹ ਤੀਆ ਤੇ ਛੀਕਾ ਲਿਖਦਾ ਹੈ ਤਾਂ 36 ਬਣ ਜਾਂਦਾ। ਤਾਂ ਮੈਂ ਕਿਹਾ ਚੌਥੀ ਪਕੜੀ ਸੀ ਤਾਂ ਆਹ ਨਇਆ ਲਿਖਿਆ ਹੋਇਆ 9 ਨੂੰ 4 ਨਾਲ 9 ਚੌਕਾ 36 ਜਵਾਬ ਹੁੰਦਾ ਉਹਦਾ। ਤੇ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੇ ਅਸੀਂ ਇਹ 9ਵੀਂ ਸਟ੍ਰਿਪ ਨੂੰ ਫੜਦੇ ਹਾਂ, 8 ਇੱਧਰ ਰਹਿ ਜਾਂਦੇ ਆ, 1 ਇੱਧਰ ਰਹਿ ਜਾਂਦਾ, 8 ਤੇ 1 81 ਹੋਇਆ ਕਰਦੇ ਆ, 9 ਨਾਲ 81 ਹੋਇਆ ਕਰਦਾ। ਤੋ ਇਹ ਛੋਟੀਆਂ ਚੀਜ਼ਾਂ ਮਤਲਬ ਬੱਚਿਆਂ ਨੂੰ ਖਿੱਚਦੀਆਂ ਵੀ ਹਾਂ ਵੀ ਸਾਇੰਸ ਤੇ ਮੈਥ ਤਾਂ ਬੜਾ ਆਸਾਨ ਸੀਗਾ, ਪਤਾ ਨਹੀਂ ਅਸੀਂ ਕਿਉਂ ਨਹੀਂ ਪੜ੍ਹ ਸਕੇ। ਤੋ ਇਹ ਜਿਹੜੀਆਂ ਛੋਟੀਆਂ ਚੀਜ਼ਾਂ ਬਣਾਈਆਂ, ਇਸੇ ਤਰ੍ਹਾਂ ਹੀ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਵੀ ਮੈਂ ਆਪਣੀ ਕਾਰ ਦੇ ਵਿੱਚ ਇੱਕ ਪ੍ਰਯੋਗਸ਼ਾਲਾ ਤਿਆਰ ਕੀਤੀ ਹੋਈ ਹੈ ਵੀ ਉਸ ਪ੍ਰਯੋਗਸ਼ਾਲਾ ਦਾ ਮੰਤਵ ਕੀ ਹੈ ਤੇ ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਨਾਲ ਪ੍ਰਯੋਗ ਹੈ ਜਿਹੜੇ ਬੱਚਿਆਂ ਨੂੰ ਟਾਈਮ ਟੂ ਟਾਈਮ ਕਰਕੇ ਦਿਖਾਉਂਦੇ ਹਾਂ। ਜਿਹੜੀ ਲੈਬ ਹੁੰਦੀ ਆ ਉਹਦੇ ਵਾਸਤੇ ਘੱਟੋ ਘੱਟ 5-7 ਲੱਖ ਦੀ ਲੋੜ ਪੈਂਦੀ ਆ। ਅਸੀਂ ਘੁੰਮ ਕੇ ਉਧਰਲੇ ਪਾਸੇ ਦੀ ਆਉਂਦੇ ਆ। ਇਹਨਾਂ ਨੇ ਇੱਕ ਕਾਰ, ਆਪਦੀ ਕਾਰ ਹੈ ਇਹਨਾਂ ਦੀ, ਜਿਹਦੇ ਵਿੱਚ ਇਹ ਸਾਰਾ ਸਮਾਨ ਰੱਖਦੇ ਨੇ। ਉਹਦੇ ਵਿੱਚ ਹਰੇਕ ਚੀਜ਼ ਹੁੰਦੀ ਆ, ਜਿਹੜੀ ਕਿ ਸੋਲਰ ਸਿਸਟਮ ਵੀ ਲਗਾਇਆ ਗਿਆ ਇਹਨਾਂ ਨੇ। ਪੰਪ ਦੇ ਵਿੱਚੋਂ ਪਾਣੀ ਵੀ ਕੱਢਦੇ ਨੇ, ਸੈਂਸਰ ਦੇ ਨਾਲ ਜਿਹੜਾ ਡਸਟਬਿਨ ਬਣਾਇਆ ਗਿਆ, ਉਹ ਹੱਥ ਅੱਗੇ ਕਰਨ ਤੇ ਡਸਟਬਿਨ ਵੀ ਖੁੱਲ੍ਹਦਾ। ਉਹਦੇ ਸਾਰਾ ਕੁਝ ਆ ਉਹ ਜਿਹੜਾ ਸੋਲਰ ਸਿਸਟਮ ਦੇ ਨਾਲ ਚੱਲਦਾ। ਉਹ ਆਓ ਇਹਨਾਂ ਨਾਲ ਦੇਖਦੇ ਹਾਂ ਉੱਥੇ ਕੀ ਮਿਊਜ਼ਿਕ ਸਿਸਟਮ ਵੀ ਬਣਾਇਆ ਵਾ ਇਹਨਾਂ ਨੇ ਛੋਟਾ ਜਿਹਾ, ਉਹ ਵੀ ਜਿਹੜਾ ਉਹ ਸੋਲਰ ਸਿਸਟਮ ਦੇ ਨਾਲ ਚੱਲਦਾ। ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ ਕਿਤਾਬਾਂ ਦੇ ਵਿੱਚ ਅੱਗੇ ਗਾਈਡਾਂ ਦੇ ਵਿੱਚ ਪੜ੍ਹਦੇ ਸੀ, ਟਿਊਸ਼ਨਾਂ ਰੱਖਦੇ ਹੁੰਦੇ ਸੀਗੇ, ਟਿਊਸ਼ਨਾਂ ਤੇ ਜਾਂਦੇ ਸੀਗੇ, ਬਸ ਇੱਕ ਰੱਟਾ ਮਾਰ ਕੇ ਮੁੜਿਆ ਸੀ ਵੀ ਆਹ ਹੁੰਦਾ ਉੱਥੇ ਆਹ ਹੁੰਦਾ। ਪਰ ਇਹਨਾਂ ਨੇ ਬੱਚਿਆਂ ਨੂੰ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਸਾਰਾ ਕੁਝ ਦਿਖਾਇਆ ਗਿਆ। ਇਹ ਇਕੱਲਾ ਸਕੂਲ 'ਚ ਨਹੀਂ ਪੜ੍ਹਾਉਂਦੇ, ਇਹ ਪਿੰਡਾਂ ਦੇ ਵਿੱਚ ਜਾ ਕੇ ਜਾਂ ਕਿਤੇ ਜਗ੍ਹਾ ਤੇ ਕਿਸੇ ਦੇ ਕੈਂਪ ਲੱਗਿਆ ਹੁੰਦਾ ਜਾਂ ਕੋਈ ਮੇਲਾ ਹੁੰਦਾ, ਉੱਥੇ ਲਈ ਜਾ ਕੇ ਆਪਦੀ ਗੱਡੀ ਖੜੀ ਕਰਦੇ ਨੇ। ਉਹ ਗੱਡੀ ਦਿਖਾਉਣੇ ਤੁਹਾਨੂੰ, ਗੱਡੀ ਦੇ ਉੱਤੇ ਸਾਰਾ ਸਿਸਟਮ ਲਗਾਇਆ ਗਿਆ ਇਹਨਾਂ ਨੇ। ਘੱਟੋ ਘੱਟ ਇਹ ਸਾਨੂੰ ਦੱਸ ਰਹੇ ਸੀਗੇ ਵੀ 7 ਲੱਖ ਲੋਕਾਂ ਨੂੰ ਇਹ ਮਿਲ ਚੁੱਕੇ ਨੇ। ਇਹਨਾਂ ਨੇ 11,000 ਜਿਹੜੇ ਉਹ ਕੈਂਪ ਲਗਾ ਦਿੱਤੇ ਨੇ ਤੇ ਬੱਚਿਆਂ ਨੂੰ ਇਹ ਆਪਣੇ ਹਿਸਾਬ ਦੇ ਨਾਲ ਦੱਸਦੇ ਨੇ ਕਿ ਵੀ ਸੌਖੇ ਤਰੀਕੇ ਦੇ ਨਾਲ ਉਹਨਾਂ ਨੂੰ ਸਮਝ ਆ ਚੁੱਕੇ। ਅਸੀਂ ਸ਼ੁਰੂਆਤ ਕਿੱਥੋਂ ਕਰੀਏ ਜੀ? ਹੁਣ ਸ਼ੁਰੂਆਤ ਆਪਾਂ ਇੱਥੋਂ ਡਸਟਬਿਨ ਤੋਂ ਕਰ ਲੈਂਦੇ ਹਾਂ। ਡਸਟਬਿਨ ਕਿਵੇਂ ਬਣਾਇਆ ਜੀ ਤੇ ਕੀ ਸਿਸਟਮ ਲਗਾਇਆ ਗਿਆ? ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹਦੇ ਅੱਗੇ ਹੱਥ ਕਰੇ ਤੇ ਡਸਟਬਿਨ ਖੁੱਲ੍ਹ ਜਾਂਦਾ ਤੇ ਬੰਦ ਕਰ, ਹੱਥ ਇੱਧਰ ਕਰੇ ਤੇ ਤਾਂ ਪਿੱਛੇ ਹਟ ਜਾਂਦਾ। ਇਹ ਸੈਂਸਰ ਸਿਸਟਮ ਲਗਾਇਆ ਗਿਆ। ਇਹ ਕਿਸ ਤਰ੍ਹਾਂ ਬਣਾਇਆ ਗਿਆ ਜੀ? ਇਹ ਸਾਨੂੰ ਦੱਸੋਗੇ ਮਾੜਾ ਜਿਹਾ? ਇਹ ਮੇਰੇ ਵਿਦਿਆਰਥੀ ਜੀ +2 ਦੇ ਮੇਰੇ ਕੋਲ ਹੀ ਖੜੇ ਆ। ਮੈਂ ਵਿਦਿਆਰਥੀਆਂ ਨੂੰ ਵੀ ਕਹਾਂਗੇ ਇੱਥੇ ਆ ਜਾਣ। ਤੇ ਇਹਨਾਂ ਨੇ ਸਾਡੇ ਕੋਲ ਅਟਲ ਟਿੰਕਰਿੰਗ ਲੈਬ ਹੈ ਇੱਕ, ਤਾਂ ਉਸ ਦੇ ਵਿੱਚ ਉਪਰਾਲਾ ਕੀਤਾ ਇਹਨਾਂ ਨੇ ਕਿ ਇਹਨਾਂ ਨੂੰ ਮੈਂ ਅਪਰੇਟਸ ਦਿੱਤਾ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਸਰ ਇਸ ਤਰ੍ਹਾਂ ਕਰਕੇ ਅਸੀਂ ਵੀ ਹੱਥ ਨਾ ਲਾਣਾ ਪਵੇ, ਵੀ ਕੂੜਾ ਦੂਰੋਂ ਹੀ ਸੁੱਟ ਦਈਏ ਤੇ ਦੂਰੋਂ ਹੀ ਜਿਹੜਾ ਹੈਗਾ ਉਹ ਆਪਣਾ ਕੂੜਾ ਜਿਹੜਾ ਹੈਗਾ ਉਹਦੇ ਵਿੱਚ ਪੈ ਜਾਵੇ ਤੇ ਸਾਨੂੰ ਮਤਲਬ ਹੱਥ ਸਾਡੇ ਦੁਬਾਰਾ ਨਾ ਸਾਨੂੰ ਸੈਨੀਟਾਈਜ਼ ਕਰਨੇ ਪੈਣ ਜਾਂ ਧੋਣੇ ਪੈਣ। ਤਾਂ ਇਹ ਸਿਸਟਮ ਦੇ ਵਿੱਚ ਬੱਚਿਆਂ ਨੇ ਕੀ ਕੀਤਾ ਕਿ ਉਹਨਾਂ ਨੇ ਇਹਦੇ ਵਿੱਚ ਸੈਂਸਰ ਲਗਾਏ ਆ। ਜਿਵੇਂ ਬੰਦਾ ਇਹਦੇ ਅੱਗੇ ਜਾ ਕੇ ਖੜਦਾ ਹੈ ਤਾਂ ਇਹ ਖੁੱਲ੍ਹ ਜਾਂਦਾ ਇਹਦਾ ਢੱਕਣ, ਤੇ ਜਦੋਂ ਇਹਦਾ ਢੱਕਣ ਖੁੱਲਦਾ ਉਹਦੇ ਵਿੱਚ ਕੂੜਾ ਸੁੱਟ ਤੇ ਆਪ ਪਰਾਂ ਚਲਾ ਜਾਂਦਾ ਤਾਂ ਉਹ ਬੰਦ ਹੋ ਜਾਂਦਾ। ਤਾਂ ਮਤਲਬ ਇਹ ਜਿਹੀਆਂ ਚੀਜ਼ਾਂ ਬੱਚਿਆਂ ਦੇ ਦਿਮਾਗ ਦੇ ਵਿੱਚ ਆਉਂਦੀਆਂ। ਤਾਂ ਆਹ ਵਿਦਿਆਰਥੀਆਂ ਮੇਰੇ ਇੱਥੇ ਆਓ ਬੇਟੇ, ਤੇ ਜਿਨ੍ਹਾਂ ਨੇ ਕੁਝ ਨੌਜਵਾਨ ਨੇ ਪੰਜਾਬ ਦੇ ਕਲਿਆਣ ਪਿੰਡ ਦਾ, ਪਟਿਆਲੇ ਦਾ, ਤੁਹਾਨੂੰ ਪਹਿਲਾਂ ਵੀ ਦੱਸਿਆ ਸਕੂਲ ਹੈ ਜਿੱਥੇ ਦੇ ਨੌਜਵਾਨ ਨੇ ਜਿਹੜੇ ਇਹੋ ਜਿਹੀਆਂ ਕਾਢਾਂ ਕੱਢ ਰਹੇ ਨੇ। ਇਹ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਨੌਜਵਾਨਾਂ ਦੀ ਜਿਹੜੀ ਉਹ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਜੋ ਉਹ ਵੱਡੇ ਪੱਧਰ ਤੇ ਜਾ ਕੇ ਆਪਣੀ ਜਿਹੜੀ ਆ ਟੈਕਨੋਲੋਜੀ ਲੋਕਾਂ ਨੂੰ ਦਿਖਾ ਸਕਣ। ਇਹ ਨੌਜਵਾਨ ਨੇ ਇਹਨਾਂ ਨੇ ਸਾਰਾ ਬੇਸਡ ਸਿਸਟਮ ਆ ਜਿਹੜਾ ਉਹ ਇਹਦੇ ਵਿੱਚ ਇਸਤੇਮਾਲ ਕਰਕੇ ਬਣਾਇਆ। ਕਿੰਨਾ ਸਮਾਂ ਲੱਗਾ ਤੁਹਾਨੂੰ ਇਹ ਬਣਾਉਣ ਦੇ ਵਿੱਚ? 1 ਦਿਨ ਦਾ ਲੱਗਿਆ ਸੀ। 1 ਦਿਨ ਲੱਗੇ। ਹਾਂਜੀ। ਕੀ ਲਾਇਆ ਇਹਦੇ ਵਿੱਚ? ਕਿਹੜਾ ਸਿਸਟਮ ਫਿੱਟ ਕੀਤਾ? ਆਰਡੀਨੋ ਲੱਗਿਆ ਜੀ, ਬੈਟਰੀ ਲੱਗੀ ਆ, ਸਰਵੋ ਮੋਟਰ ਤੇ ਆਈ ਆ ਸੈਂਸਰ ਲੱਗਿਆ ਜੀ। ਸਮਾਨ ਕਿੱਥੋਂ ਪੱਟਿਆ ਫਿਰ? ਕੋਈ ਗੱਡੀ ਗੁੱਡੀ ਚੋਂ ਕੱਢਿਆ, ਛੋਟੀ ਖੜਿਆਉਣੇ ਚੋਂ ਕੱਢਿਆ, ਕਿਸੇ ਚੋਂ? ATL ਲੈਬ ਚ ਹੈਗਾ ਜੀ ਸਾਰਾ ਅਵੇਲੇਬਲ। ਜੀ ਹਾਂਜੀ। ਇਸ ਤੋਂ ਇਲਾਵਾ ਜਿਹੜਾ ਸੋਲਰ ਸਿਸਟਮ ਲਗਾਇਆ ਤੁਸੀਂ, ਇਹਦੇ ਬਾਰੇ ਕੀ ਕਹਿਣਾ? ਇਹ ਸੋਲਰ ਸਿਸਟਮ ਸਾਡੇ ਕੋਲ ਹੋਇਆ ਜੀ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਸੂਰਜੀ ਊਰਜਾ ਦੇ ਨਾਲ ਕੰਮ ਕਰ ਰਹੀਆਂ ਜੀ। ਦੇਖੋ ਵਾਟਰ ਪੰਪ ਹੈ ਜੀ, ਇਹ ਪਾਣੀ ਕੱਢ ਰਿਹਾ ਧਰਤੀ ਦੇ ਵਿੱਚੋਂ, ਇਹ ਸੂਰਜ ਦੀਆਂ ਕਿਰਨਾਂ ਦੇ ਨਾਲ ਹੀ ਚੱਲ ਰਿਹਾ। ਤੁਸੀਂ ਦੇਖੋਗੇ ਕਿ ਜੇ ਮੈਂ ਇਸ ਦੇ ਅੱਗੇ ਆਪਣਾ ਹੱਥ ਰੱਖਦਾ ਤੇ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਪੈਣੀਆਂ ਬੰਦ ਹੋ ਗਈਆਂ ਤੇ ਇਸ ਨੇ ਆਪਣਾ ਕੰਮ ਵੀ ਬੰਦ ਕਰਤਾ।
ਤੇ ਨਾਲ ਦੀ ਨਾਲ ਹੀ ਇਸਨੇ ਆਪਣਾ ਜਿਹੜਾ ਕੰਮ ਹੈ ਸ਼ੁਰੂ ਕਰ ਦਿੱਤਾ। ਜਿਵੇਂ ਕਿਰਨਾਂ ਪੈਣ ਲੱਗੀਆਂ ਤੇ ਇਹਨੂੰ ਸੂਰਜੀ ਵਾਟਰ ਪੰਪ ਕਿਹਾ ਜਾਂਦਾ। ਇਸੇ ਤਰ੍ਹਾਂ ਦੇ ਨਾਲ ਇਹ ਸਾਡੇ ਕੋਲ ਬੱਲਬ ਹੈ, ਇਹ ਸੋਲਰ ਬੱਲਬ ਹੈ। ਆਹ ਦੇਖੋ, ਇਹ ਹੁਣ ਇਸ ਵੇਲੇ ਨਹੀਂ ਗਲੋ ਕਰ ਰਿਹਾ, ਜਗ ਨਹੀਂ ਰਿਹਾ, ਤੇ ਜਿਵੇਂ ਮੈਂ ਹੱਥ ਨੂੰ ਪਰਾਂ ਕਰਾਂਗਾ ਤੇ ਗਲੋ ਕਰਨਾ ਸ਼ੁਰੂ ਕਰ ਦਿੰਦਾ, ਕਿਉਂਕਿ ਸੂਰਜ ਦੀਆਂ ਕਿਰਨਾਂ ਇਸ ਸੋਲਰ ਸੈੱਲ ਦੇ ਉੱਤੇ ਪੈਂਦੀਆਂ। ਉਹ ਸੋਲਰ ਸੈੱਲ ਤੇ ਪੈਣ ਦੇ ਨਾਲ ਬਿਜਲੀ ਪੈਦਾ ਹੋਣ ਲੱਗੀ। ਇਸ ਦੇ ਵਿੱਚ ਕੁਝ ਵੀ ਨਹੀਂ ਹੈ, ਸਿਰਫ ਤਾਰਾਂ ਦੇ ਨਾਲ ਇੱਕ ਬੱਲਬ ਨੂੰ ਲਗਾਇਆ ਗਿਆ ਤੇ ਸੋਲਰ ਪੈਨਲ ਹੈ। ਸੋਲਰ ਪੈਨਲ ਸਲੀਨੀਅਮ ਦਾ ਬਣਿਆ ਹੁੰਦਾ ਜੀ। ਉਹਦੇ ਵਿੱਚ ਖਾਸ ਹੈ ਕਿ ਉਹ ਸੂਰਜ ਦੀਆਂ ਕਿਰਨਾਂ ਨੂੰ ਆਪਣੇ ਵਿੱਚ ਅਬਜ਼ੌਰਬ ਕਰ ਲੈਂਦਾ, ਅਬਜ਼ੌਰਬ ਕਰਕੇ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਦੇ ਵਿੱਚ ਬਦਲ ਦਿੰਦਾ। ਤਾਂ ਹੁਣ ਬੱਚੇ ਜਦੋਂ ਇਸ ਚੀਜ਼ਾਂ ਨੂੰ ਕਿਤਾਬਾਂ 'ਚ ਪੜ੍ਹਦੇ ਆ, ਪਰ ਦੇਖਣ ਦੇ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਸ ਦੇ ਉੱਤੇ ਕਿਰਨਾਂ ਪਈਆਂ, ਕਿਰਨਾਂ ਨੇ ਕਿਵੇਂ ਉਹਨਾਂ ਨੂੰ ਅਬਜ਼ੌਰਬ ਕੀਤਾ, ਕਿਵੇਂ ਉਹਨਾਂ ਨੂੰ ਬਦਲਿਆ ਤੇ ਕਿਵੇਂ ਉਹ ਬਿਜਲੀ ਊਰਜਾ ਜਿਹੜੀ ਹੈ ਉਹ ਬਣ ਗਈ ਹੈ ਸਾਡੇ ਕੋਲ। ਤੋ ਇਹ ਸਾਡੇ ਕੋਲ ਸੂਰਜੀ ਪੱਖਾ ਹੈ ਜੀ। ਦੇਖੋ ਹੁਣ ਇਸ ਵਕਤ ਇਹ ਪੱਖਾ ਜਿਹੜਾ ਹੈ ਚੱਲ ਨਹੀਂ ਰਿਹਾ ਜੀ। ਤਾਂ ਤੁਸੀਂ ਦੇਖੋਗੇ ਕਿ ਹੁਣੇ ਮੈਂ ਆਪਣਾ ਹੱਥ ਪਰਾਂ ਕਰਾਂਗਾ ਤਾਂ ਪੱਖਾ ਜਿਹੜਾ ਚੱਲਣਾ ਸ਼ੁਰੂ ਕਰ ਦੇਗਾ ਤੇ ਸੂਰਜ ਦੀਆਂ ਕਿਰਨਾਂ ਦੇ ਨਾਲ ਇਹ ਚੱਲ ਰਿਹਾ ਪੱਖਾ। ਪਿੱਛੋਂ ਵੀ ਦਿਖਾ ਦਿਓ, ਕਈ ਵਾਰੀ ਅਗਲੇ ਨੂੰ ਹੁੰਦਾ ਵੀ ਪਿੱਛੇ ਕੋਈ ਸਿਸਟਮ ਲਗਾਇਆ ਗਿਆ ਇਹਨਾਂ ਨੇ। ਇਹ ਨਾਰਮਲੀ ਹੈ, ਸੱਚੀ ਸੋਲਰ ਸਿਸਟਮ ਦੇ ਨਾਲ ਚੱਲਦਾ ਹੈ। ਜੁੜੀਆਂ ਹੋਈਆਂ ਜੀ ਅਸੀਂ, ਔਰ ਹੋਰ ਕੋਈ ਸਿਸਟਮ ਨਹੀਂ ਹੈ। ਦੇਖੋ ਇਸ ਨੂੰ ਕੋਈ ਵੀ ਤੀਸਰਾ ਬੰਦਾ ਵੀ ਫੜ ਕੇ ਜਾਂ ਅਸੀਂ ਇੱਥੇ ਹੀ ਰੱਖ ਦਿੰਦੇ ਆ, ਕੋਈ ਇਹਦਾ ਸਵਿਚ ਆਨ ਨਹੀਂ ਕੀਤਾ, ਕੁਝ ਨਹੀਂ ਕੀਤਾ। ਸੂਰਜ ਦੀਆਂ ਕਿਰਨਾਂ ਜਦ ਤੱਕ ਪਈ ਜਾਣਗੀਆਂ ਉਦੋਂ ਤੱਕ ਇਸ ਨੇ ਚੱਲਦੇ ਹੀ ਰਹਿਣਾ ਜੀ। ਤੋ ਇਹ ਜਿਹੜੇ ਇਸੇ ਤਰ੍ਹਾਂ ਦੇ ਨਾਲ ਇੱਕ ਸਾਡੇ ਕੋਲ ਇਹ ਸਿਸਟਮ ਲਗਾਇਆ ਗਿਆ ਜੀ ਕਿ ਜੇ ਮਤਲਬ ਵੀ ਵਿਦਿਆਰਥੀ ਕਹਿਣ ਕਿ ਸਰ ਸੂਰਜ ਤਾਂ ਅੱਜ ਹੈਗਾ, ਪਰ ਜੇ ਸੂਰਜ ਨਾ ਹੋਇਆ ਤਾਂ ਫਿਰ ਅਸੀਂ ਕਿਸ ਤਰ੍ਹਾਂ ਚਲਾਵਾਂਗੇ? ਤਾਂ ਫਿਰ ਇਹ ਸੈੱਲ ਹੈ ਜਿਹੜੇ ਅਸੀਂ ਇਸ ਨੂੰ ਚਾਰਜ ਕਰ ਲੈਂਦੇ ਹਾਂ। ਹੁਣ ਜਦੋਂ ਇਹ ਸੈੱਲ ਚਾਰਜ ਹੋ ਗਏ ਤਾਂ ਉਸ ਤੋਂ ਹਾਂ ਸੋਲਰ ਨਾਲ ਚਾਰਜ ਕੀਤੇ। ਉਹ ਸੋਲਰ ਮੈਂ ਪੈਨਲ ਲਾਇਆ ਹੋਇਆ ਸੀਗਾ, ਚਾਰਜ ਹੋ ਚੁੱਕੇ ਆ ਸੈੱਲ। ਕਿੰਨੇ ਚਾਰਜ ਹੋਏ ਆ ਪਹਿਲਾਂ ਇਹ ਦਿਖਾ ਦਈਦਾ, 3 ਵੋਲਟ, ਕਿਉਂਕਿ 1.5 ਇੱਕ ਤਾਂ ਹੁੰਦਾ ਤਾਂ ਇਹ 3 ਵੋਲਟ ਤੇ ਆ ਗਿਆ ਹੋਇਆ। ਤਾਂ ਇਸ ਦਾ ਮਤਲਬ ਸੈੱਲ ਸਾਡੇ ਚਾਰਜ ਹੈ, ਹੁਣ ਇਹ ਤੋਂ ਕੰਮ ਲਿਆ ਜਾ ਸਕੂਗਾ। ਹੁਣ ਅਸੀਂ ਇੱਥੇ ਛਾਵੇਂ ਖੜਦੇ ਹਾਂ ਜੀ, ਤਾਂ ਮਤਲਬ ਇਹਦੇ ਤੇ ਧੁੱਪ ਨਹੀਂ ਪੈ ਰਹੀ, ਪਰ ਤੁਸੀਂ ਦੇਖੋ ਬੱਲਬ ਚੱਲ ਪਿਆ। ਠੀਕ ਹੈ ਜੀ। ਤਾਂ ਹੁਣ ਤੁਸੀਂ ਦੇਖੋਗੇ ਇਹ ਪੱਖਾ ਚਲਾਣਾ ਸੀ, ਇਹ ਪੱਖਾ ਵੀ ਚੱਲੇਗਾ ਜੀ। ਤਾਂ ਰਾਤ ਵੇਲੇ ਮਤਲਬ ਸੂਰਜ ਨਹੀਂ ਹੈ ਤਾਂ ਵੀ ਇਹ ਚੀਜ਼ਾਂ ਕੰਮ ਕਰਨਗੀਆਂ, ਮਤਲਬ ਉਹ ਸੂਰਜੀ ਊਰਜਾ ਨੂੰ ਅਸੀਂ ਸਟੋਰ ਕਰ ਲਿਆ। ਤਾਂ ਹੁਣ ਮੰਨ ਲਓ ਵੀ ਨੀਂਦ ਨਹੀਂ ਆ ਰਹੀ, ਤਾਂ ਤੁਸੀਂ ਉਸ ਵੇਲੇ ਕੋਈ ਭਜਨ ਸੁਣਨਾ ਚਾਹੁੰਦੇ ਹੋ ਜਾਂ ਕੋਈ ਤੁਹਾਡੇ ਮਨ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਮਤਲਬ ਵੀ ਛੋਟਾ ਛੋਟਾ ਗਿਆਨ ਦੇਣ ਦੇ ਲਈ ਵੀ ਇਹ ਛੋਟੀਆਂ ਚੀਜ਼ਾਂ ਤੋਂ ਵੱਡੀਆਂ ਨੇ ਬਣਨਾ ਹੈਗਾ। ਤਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਵੀ ਹਾਂ ਅਸੀਂ ਇਹ ਕਿਸ ਤਰ੍ਹਾਂ ਕਰਦੇ ਹਾਂ। ਹੁਣ ਜਿਵੇਂ ਮੈਂ ਤੁਹਾਨੂੰ ਇੱਕ ਮੈਥਮੈਟਿਕਸ ਦੀ ਇੱਕ ਛੋਟੀ ਜਿਹੀ ਚੀਜ਼ ਉਦਾਹਰਨ ਹੋਰ ਦਿੰਨਾ ਕਿ ਜਿਵੇਂ ਅਸੀਂ 9 ਦਾ ਪਹਾੜਾ ਬਣਾਇਆ, ਇਸ ਤਰ੍ਹਾਂ ਹੀ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਕਰੋੜਾਂ ਤੱਕ ਦੇ ਪਹਾੜੇ ਬਣਾਉਣੇ ਜੀ। ਉਹ ਕਰੋੜਾਂ ਤੱਕ ਦੇ ਪਹਾੜੇ ਸਾਡੇ ਕੋਲ ਕਿਸ ਤਰ੍ਹਾਂ ਬਣਦੇ ਆ ਉਹ ਮੈਂ ਤੁਹਾਨੂੰ ਹੁਣੇ ਦੱਸਦਾ ਕਿ ਆਹ ਦੇਖੋ, ਜੇ ਮੰਨ ਲਓ ਵੀ ਬੱਚੇ ਨੇ 7 ਦਾ ਪਹਾੜਾ 1 7 7 2 7 14 3 7 21 ਕਰਕੇ ਪੜਿਆ ਸੀ, ਪਰ ਉਸ ਨੂੰ ਇੱਕ ਨਵਾਂ ਮੈਥਡ ਦੇਣਾ ਸ਼ੁਰੂ ਕੀਤਾ ਸੀ ਕਿ ਤੂੰ ਬੇਟੇ ਗਿਣਤੀ ਲਿਖਣੀ ਹੈ, ਬਸ ਕੁਝ ਨਹੀਂ ਕਰਨਾ ਹੈ, ਗਿਣਤੀ ਲਿਖ ਲੈ ਇੱਥੇ। ਤਾਂ ਬੱਚਾ ਜਿਹੜਾ ਹੈਗਾ ਉਸ ਗਿਣਤੀ ਨੂੰ ਲਿਖ ਲੈਂਦਾ। ਤਾਂ ਗਿਣਤੀ ਲਿਖਣ ਤੋਂ ਬਾਅਦ ਉਸ ਨੂੰ ਫੇਰ ਕਹੀਦਾ ਵੀ ਇੱਥੇ ਫੇਰ ਤੂੰ ਹੁਣ ਇਹਨੂੰ ਪੂਰਾ ਕਰ ਲੈ, 0 1 2। ਕਹਿੰਦਾ ਜੀ ਹੁਣ ਇੱਥੇ ਕੀ ਲਿਖਾਂ? ਮੈਂ ਕਿਹਾ ਵੀ 2 ਤੇ ਖੜ ਗਿਆ ਨਾ, ਤਾਂ 2 ਤੋਂ ਹੀ ਸ਼ੁਰੂ ਕਰ ਲੈ, 2 3 4। ਫਿਰ ਉਹ ਆਪ ਦੱਸਦਾ ਵੀ ਹੁਣ 4 ਤੇ ਖੜਾ ਜੀ, 4 ਲਿਖ ਲਓ, 4 5 ਤੇ 6। ਲੋ ਜੀ 7 ਦਾ ਪਹਾੜਾ ਤਿਆਰ ਹੋ ਗਿਆ। 7 × 7 7 2 14 7 21 7 4 28 7 5 35 7 6। ਮਤਲਬ ਇਹ ਪਹਾੜੇ ਆ ਜਿਹੜੇ ਬੱਚਿਆਂ ਨੂੰ ਬੇਸਿਕ ਤੋਂ ਸ਼ੁਰੂ ਕਰਦਾ। ਹੁਣ 7 ਤੋਂ ਬਾਅਦ 17 ਦਾ ਸ਼ੁਰੂ ਕਰਨਾ ਤਾਂ ਉਹਨੂੰ ਕਹੀਦਾ ਵੀ 7 ਦਾ ਲਿਖ ਲੈ ਭਾਈ, ਹੁਣ ਤੂੰ 7 ਦਾ ਤਾਂ ਸਿੱਖ ਹੀ ਲਿਆ। ਕਹਿੰਦਾ ਹਾਂਜੀ। ਮੈਂ ਕਿਹਾ ਕਿੰਨੇ ਤੱਕ ਲਿਖਿਆ ਆਪਾਂ ਨੇ? ਕਹਿੰਦਾ ਜੀ 1 2 3 4 ਤੱਕ ਲਿਖਿਆ। ਮੈਂ ਕਿਹਾ ਹੁਣ ਆਹ ਚੀਜ਼ਾਂ ਨੂੰ ਦੁਬਾਰਾ ਲਿਖ ਲੈ ਤੂੰ, 7 4 1 ਤੇ 8। ਹੁਣ 1 ਦੇ ਵਿੱਚ 0 ਜੋੜ, ਬਣ ਗਿਆ 17 ਤੇਰਾ? ਕਹਿੰਦਾ ਹਾਂਜੀ। 2 ਦੇ ਵਿੱਚ 1 ਜੋੜ 3, 3 ਦੇ ਵਿੱਚ 2 ਜੋੜ 5, 4 ਦੇ ਵਿੱਚ 2 ਜੋੜ 6। ਉਹ ਕਹਿੰਦਾ ਸਰ ਇਹ ਤਾਂ 17 ਦਾ ਪਹਾੜਾ ਬਣ ਗਿਆ, 17 × 17 17 ਦਿਨਾਂ ਚ। ਮੈਂ ਕਿਹਾ ਬਸ ਤੂੰ 17 ਤੱਕ ਹੀ ਸੀਮਤ ਰਹਿਣਾ ਚਾਹੁੰਦਾ? ਨਹੀਂ, ਤੈਨੂੰ ਅੱਜ ਕਰੋੜਾਂ ਦੇ ਪਹਾੜੇ ਸਿਖਾ ਕੇ ਜਾਣੇ ਆ ਮੈਂ। ਕਹਿੰਦਾ ਉਹ ਕਿਵੇਂ ਸਰ? ਮੈਂ ਤਾਂ ਇਸ ਤੋਂ ਵੱਧ 29 ਤੋਂ ਵੱਧ ਅਸੀਂ ਸਿੱਖੇ ਨਹੀਂ ਸੀ। ਮੈਂ ਕਿਹਾ ਦੇਖ 117 ਦਾ ਬਣਦਾ ਦੇਖ ਸਾਹਮਣੇ। ਤਾਂ ਬੱਚਾ ਬੜਾ ਹੈਰਾਨ ਹੁੰਦਾ ਵੀ ਸਰ ਜੀ ਆਹ ਦਾ ਕਮਾਲ। ਮੈਂ ਆਪਣੇ ਯਾਰਾਂ ਦੋਸਤਾਂ ਨੂੰ ਦੱਸੂਗਾ 117 ਦਾ ਪਹਾੜਾ ਇੰਨਾ ਸੌਖਾ ਸੀ। 1 2 3 4 ਲਿਖਣ ਦੇ ਨਾਲ 117 ਦਾ ਪਹਾੜਾ ਤਿਆਰ ਹੋ ਗਿਆ। ਤੁਸੀਂ ਕਿਸੇ ਕੈਲਕੂਲੇਟਰ ਤੇ ਚੈੱਕ ਕਰ ਸਕਦੇ। ਲੋ ਜੀ 1117 ਦਾ ਵੀ ਤਿਆਰ ਹੋ ਗਿਆ। ਲੋ ਜੀ 11117 ਦਾ ਤਿਆਰ ਹੋ ਗਿਆ। 1,11,117, 1,11,11,117। ਮਤਲਬ ਗੱਲ ਕੀ ਹੈ ਵੀ ਕਰੋੜਾਂ ਦੇ ਪਹਾੜੇ 1 ਮਿੰਟ ਦੇ ਵਿੱਚ ਜੇ ਬੱਚਾ ਸਾਡੇ ਕੋਲੋਂ ਸਿੱਖ ਕੇ ਜਾ ਰਿਹਾ ਤਾਂ ਉਹਦਾ ਕੌਨਫੀਡੈਂਸ ਲੈਵਲ ਅਸੀਂ ਦੇਖ ਸਕਦੇ ਹਾਂ ਵੀ ਕਿੱਥੇ ਪਹੁੰਚ ਰਿਹਾ ਹੋਊਗਾ। ਤਾਂ ਜਿਸ ਤਰ੍ਹਾਂ ਅਸੀਂ ਹੱਡੀਆਂ ਗਿਣਨ ਦੀ ਗੱਲ ਕੀਤੀ ਹੈ, ਇਸ ਤਰ੍ਹਾਂ ਇਹ ਮੈਥਮੈਟਿਕਸ ਹੈ, ਬੜਾ ਆਸਾਨ ਹੈ। ਪਤਾ ਨਹੀਂ ਅਸੀਂ ਕਿਉਂ ਮਤਲਬ ਇਸ ਨੂੰ ਬਹੁਤ ਜ਼ਿਆਦਾ ਜੀ। ਇਸ ਤੋਂ ਇਲਾਵਾ ਹੋਰ ਵੀ ਇਹਨਾਂ ਨੇ ਜਿਹੜਾ ਸਮਾਨ ਆ ਉਹ ਕਾਫੀ ਗੱਡੀ ਦੇ ਉੱਤੇ ਰੱਖਿਆ ਹੋਇਆ। ਗੱਲਬਾਤ ਕਰਦੇ ਆ, ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹ। ਹਾਂ, ਜਿਵੇਂ ਆ ਗੁਬਾਰੇ ਦੀ ਗੱਲ ਕਰਦੇ ਹਾਂ ਅਸੀਂ, ਹੈਨਾ। ਗੁਬਾਰੇ ਦੇ ਵਿੱਚ ਆਹ ਦੇਖੋ, ਹੁਣ ਇੱਥੇ ਵੀ ਇੱਕ ਪ੍ਰਯੋਗ ਹੋ ਗਿਆ ਕਿ ਅਸੀਂ ਗੁਬਾਰੇ ਨੂੰ ਭਰ ਰਹੇ ਸੀ ਤਾਂ ਉਹ ਫਟ ਗਿਆ। ਤਾਂ ਬੱਚੇ ਨੂੰ ਇਹ ਪੁੱਛਣਾ ਵੀ ਫਟਿਆ ਕਿਉਂ ਹੈ। ਹਰ ਗੱਲ ਦੇ ਵਿੱਚ ਵਿਗਿਆਨ ਬੈਠਾ। ਤਾਂ ਉਹ ਫਟਣ ਦਾ ਕਾਰਨ ਕੀ ਹੋਇਆ ਵੀ ਜਦੋਂ ਅਸੀਂ ਇਸ ਨੂੰ ਜ਼ਿਆਦਾ ਹਵਾ ਭਰਤੀ
ਤਾਂ ਹਵਾ ਜਿਹੜੀ ਆ ਉਹ ਕੈਦ ਨਹੀਂ ਹੋ ਸਕੀ, ਉਹ ਬਾਹਰ ਨਿਕਲ ਕੇ ਜਾਣਾ ਚਾਹੁੰਦੀ ਸੀ ਤਾਂ ਉਹਦੀ ਸਕਿਨ ਨੂੰ ਪਾੜ ਕੇ ਉਹ ਬਾਹਰ ਨਿਕਲ ਗਈ। ਤਾਂ ਉਸ ਨੂੰ ਸਹਿਜੇ ਹੀ ਅਸੀਂ ਉਨਾ ਕੁ ਹੀ ਇਨਫਲੇਟ ਕਰੀਏ, ਭਰੀਏ ਕਿ ਜਿੰਨੇ ਕੁ ਨੂੰ ਉਹ ਸਹਿ ਸਕੇ। ਤਾਂ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਆ ਕੇ ਉਸ ਨੂੰ ਜ਼ਿਆਦਾ ਹਵਾ ਭਰ ਦਿੰਦੇ ਆ ਤਾਂ ਉਹ ਜਿਹੜਾ ਹੈਗਾ ਉਹਨੂੰ। ਤਾਂ ਹੁਣ ਆਹ ਇੱਕ ਗੁਬਾਰਾ ਹੈ, ਇਹ ਤੁਸੀਂ ਦੇਖੋ ਵੀ ਮੇਰੇ ਹੱਥ ਦੇ ਨਾਲ ਚਿਪਕ ਨਹੀਂ ਰਿਹਾ ਹੈ, ਤੁਸੀਂ ਦੇਖੋ ਕਿਉਂਕਿ ਮੈਂ ਗੂੰਦ ਤਾਂ ਲਗਾਈ ਨਹੀਂ ਹੈ। ਪਰ ਇਹੀ ਗੁਬਾਰਾ ਜਿਹੜਾ ਹੁਣੇ ਮੇਰੇ ਹੱਥ ਦੇ ਨਾਲ ਚਿਪਕਣਾ ਸ਼ੁਰੂ ਕਰ ਦੇਗਾ, ਜਿਸ ਤੋਂ ਅਸੀਂ ਵਿਗਿਆਨ ਦਾ ਸਿਧਾਂਤ ਸਿਖਾ ਦਾਂਗੇ ਉਸ ਨੂੰ। ਹੁਣ ਇਹ ਹੱਥ ਨਾਲ ਚਿਪਕ ਨਹੀਂ ਰਿਹਾ ਸੀ, ਇਸ ਨੂੰ ਰਗੜਨਾ ਹੈ। ਤਾਂ ਵਸਤੂਆਂ ਨੂੰ ਰਗੜਨ ਤੇ ਕਿਤਾਬਾਂ ਦੇ ਵਿੱਚ ਲਿਖਿਆ ਕਿ ਉਹਨਾਂ ਦੇ ਉੱਤੇ ਚਾਰਜ ਹੈ, ਚਾਰਜ ਹਮੇਸ਼ਾ ਉਹਨਾਂ ਦੇ ਸਤ੍ਹਾ ਦੇ ਉੱਤੇ ਰਹਿੰਦਾ। ਤਾਂ ਤੁਸੀਂ ਦੇਖੋ ਕਿ ਮੈਂ ਇਸ ਨੂੰ ਆਪਣੇ ਹੱਥ ਨਾਲ ਰਗੜਿਆ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਮੇਰੇ ਹੱਥ ਨਾਲ ਚਿਪਕ ਗਿਆ ਹੈ। ਇਹ ਛੋਟਾ ਜਿਹਾ ਬੱਚਾ ਵੀ ਇਸ ਨੂੰ ਕਰਕੇ ਦੇਖ ਸਕਦਾ ਕਿ ਇਸ ਤਰ੍ਹਾਂ ਇਸ ਨੂੰ ਰਗੜਨਾ ਤੇ ਇਸ ਨੂੰ ਹੱਥ ਦੇ ਨਾਲ ਚਪੇੜ ਲੈਣਾ। ਇਸ ਦੇ ਵਿੱਚ ਇੱਕ ਗੱਲ ਦਾ ਖਿਆਲ ਰੱਖਣਾ ਕਿ ਤੁਹਾਡੇ ਹੱਥਾਂ ਦੇ ਵਿੱਚ ਪਸੀਨਾ ਨਹੀਂ ਹੋਣਾ ਚਾਹੀਦਾ। ਆ ਦੇਖ ਇਹ ਇਸ ਤਰ੍ਹਾਂ ਕਰਕੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਬੱਚੇ ਤੇ ਅਧਿਆਪਕ 'ਚ ਹੀ ਫਰਕ ਹੈ ਕਿ ਬੱਚੇ ਆ ਜਿਹੜੇ ਉਹ ਕਰਨ ਲੱਗਿਆ ਟਾਈਮ ਲੈਂਦੇ ਆ ਕਿਉਂਕਿ ਉਹ ਪਹਿਲੀ ਵਾਰੀ ਕਰ ਰਹੇ ਹੁੰਦੇ ਆ, ਅਧਿਆਪਕ ਨੇ ਬਹੁਤ ਵਾਰੀ ਕੀਤਾ ਹੁੰਦਾ। ਪੜ੍ਹਾਈ ਉਹੀ ਹੁੰਦੀ ਹੈ ਪਰ ਉਹ ਜਿਹੜੀ ਚੀਜ਼ ਹੈ ਇਸ ਤਰ੍ਹਾਂ ਦੇ ਨਾਲ ਦਿਖਾਣਾ। ਹੁਣ ਜਿਹੜੇ ਆਹ ਬਾਲ ਹੈ ਇਹ ਇਹਨਾਂ ਨੂੰ ਆਪਣੇ ਵੱਲ ਖਿੱਚ ਲੈਂਦਾ, ਚਾਰਜ ਹੈ ਜਿਹੜਾ ਆਪਣੇ ਵੱਲ ਖਿੱਚਦਾ ਇਹਨਾਂ ਚੀਜ਼ਾਂ ਨੂੰ। ਤਾਂ ਉਹ ਜਿਹੜਾ ਚਾਰਜ ਹੈ ਉਹ ਕਿਸ ਤਰ੍ਹਾਂ ਦੇ ਨਾਲ ਗੁਬਾਰਾ ਉਹਨੂੰ ਆਪਣੇ ਵੱਲ ਖਿੱਚ ਰਿਹਾ ਕਿਉਂਕਿ ਉਸ ਦੇ ਵਿੱਚ ਵੀ ਚਾਰਜ ਹੈ, ਇਸ ਦੇ ਵਿੱਚ ਵੀ ਚਾਰਜ ਹੈ। ਤਾਂ ਇਹ ਚਾਰਜ ਨੂੰ ਦਿਖਾਉਣ ਦੇ ਲਈ ਅਸੀਂ ਇੱਕ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਦਿਖਾ ਦਿੰਦੇ ਹਾਂ। ਹੁਣ ਤੁਹਾਨੂੰ ਅਗਲਾ ਪ੍ਰਯੋਗ ਮੈਂ ਦਿਖਾਉਣ ਜਾ ਰਿਹਾ ਕਿ ਆ ਸਾਡੇ ਕੋਲ ਇੱਕ ਟੈਫਲਨ ਟੇਪ ਹੈ, ਜਿਹੜੇ ਸਾਡੇ ਪਲੰਬਰ ਯੂਜ਼ ਕਰਦੇ ਆ ਇਸ ਨੂੰ ਮੋਸਟਲੀ। ਆ ਦੇਖੋ ਇਹ ਹੁਣ ਮੇਰੇ ਹੱਥ ਨਾਲ ਨਹੀਂ ਨੇੜੇ ਆ ਰਹੀ ਮੇਰੇ ਹੱਥ ਦੇ, ਕਿਉਂਕਿ ਉਹੀ ਸਿਧਾਂਤ ਹੈ ਜੀ, ਰਗੜਿਆ ਨਹੀਂ ਹੈ। ਜਦੋਂ ਕਿਸੇ ਚੀਜ਼ ਨੂੰ ਰਗੜਾਂਗੇ, ਮੈਂ ਬੱਚਿਆਂ ਨੂੰ ਅਕਸਰ ਕਹਿੰਦਾ ਹੁੰਦਾ ਵੀ ਜੇ ਮੇਰੇ ਤੋਂ ਕਿਤੇ ਤੁਹਾਨੂੰ ਕੁੱਟ ਪੈ ਵੀ ਜਾਵੇ ਨਾ ਤਾਂ ਡਰਿਆ ਨਾ ਕਰੋ। ਅਸੀਂ ਬਹੁਤ ਕੁੱਟ ਖਾ ਕੇ ਇੱਥੇ ਤੱਕ ਪਹੁੰਚੇ ਹਾਂ ਕਿਉਂਕਿ ਸਾਡੇ ਅਧਿਆਪਕ ਹੈ ਜਿਹੜੇ ਸਾਨੂੰ ਕੁੱਟਦੇ ਨਹੀਂ ਸੀਗੇ, ਪਰ ਸਾਨੂੰ ਮਤਲਬ ਵੀ ਚਾਰਜ ਦਿੰਦੇ ਸੀ ਆਪਣਾ। ਤਾਂ ਆਹ ਜਿਹੜਾ ਚਾਰਜ ਹੈ ਸਾਡੇ ਕੋਲ ਇਹ ਉਹਦੀ ਕਰਾਮਾਤ ਹੈ ਸਾਰੀ ਕਿ ਅਧਿਆਪਕ ਦੇ ਜਿਹੜਾ ਦੇਖੋ ਹੁਣ ਉਹੀ ਜਿਹੜੀ ਹੈਗੀ ਹੈ ਰਗੜਨ ਤੋਂ ਬਾਅਦ ਉਸ ਦੇ ਵਿੱਚ ਚਾਰਜ ਆ ਗਿਆ ਹੋਇਆ ਤੇ ਉਹ ਮੇਰੇ ਹੱਥ ਨਾਲ ਚਿਪਕ ਰਹੀ ਹੈ। ਤਾਂ ਆਹ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਦਿਖਾਣੀਆਂ ਤੇ ਕਰਾਣੀਆਂ, ਦੱਸਣੀਆਂ ਵੀ ਆਹ ਦੇਖੋ ਜੀ ਇਹ ਤਾਂ ਕਮਾਲ ਹੀ ਹੋ ਗਿਆ। ਉਹ ਇਸ ਨੂੰ ਜਾਦੂ ਸਮਝਣਗੇ ਪਰ ਉਹਨਾਂ ਨੂੰ ਇਹ ਗੱਲ ਦੱਸਣੀ ਹੈ ਵੀ ਇਹ ਜਾਦੂ ਨਹੀਂ ਹੈ, ਇਹ ਵਿਗਿਆਨ ਹੈ, ਇਹਦੇ ਪਿੱਛੇ ਤਰਕ ਹੈ। ਕਈ ਤਾਂ ਇਸ ਦਾ ਸਹਾਰਾ ਲੈ ਕੇ ਹਾਂਜੀ ਉਹ ਭੂਤ ਆ ਗਏ ਜੀ, ਟੂਣੇ ਕਰ ਲਏ ਜੀ, ਆਹ ਕਰ ਲਿਆ। ਨਹੀਂ, ਉਹਨਾਂ ਨੂੰ ਜਦੋਂ ਅਸੀਂ ਵਿਗਿਆਨ ਦੱਸਾਂਗੇ ਵੀ ਇਹਨੂੰ ਅੱਗ ਲਾਤੀ ਹੈ ਨਾ ਜੀ, ਉਹ ਅੱਗ ਕਿਵੇਂ ਲੱਗੀ ਹੈ, ਸੋਡੀਅਮ ਦੇ ਨਾਲ ਲੱਗੀ ਹੈ ਕਿ ਫਾਸਫੋਰਸ ਦੇ ਨਾਲ ਲੱਗੀ ਹੈ। ਤਾਂ ਇਹ ਚੀਜ਼ਾਂ ਉਹਨਾਂ ਨੂੰ ਦੱਸਣੀਆਂ। ਹੁਣ ਇਸ ਤਰ੍ਹਾਂ ਦੇ ਨਾਲ ਹੀ ਆਹ ਬਲਬ ਤੁਹਾਨੂੰ ਮੈਂ ਦਿਖਾਉਣਾ ਇੱਥੇ ਕਿ ਇਹ ਜਿਹੜਾ ਬਲਬ ਹੈ ਇਹ ਇਸ ਦੇ ਉੱਤੇ ਲਿਖਿਆ ਹੋਇਆ ਹੈ 220 ਵੋਲਟ AC 50 ਹਰਟਜ਼। 50 ਹਰਟਜ਼ ਸਾਡੀ ਇਹ AC ਫ੍ਰੀਕੁਐਂਸੀ ਹੁੰਦੀ ਹੈ ਜਿਸ ਤੇ ਇਹ ਚੱਲਦਾ। ਤਾਂ ਹੁਣ ਇਸ ਨੂੰ ਅਸੀਂ ਹੱਥ ਦੇ ਨਾਲ ਜਗਾ ਕੇ ਦਿਖਾ ਦਿੰਦੇ ਹਾਂ ਤੁਹਾਨੂੰ, ਆਪਣੇ ਹੱਥ ਦੇ ਨਾਲ ਜਾਂ ਆਪਣੇ ਮੱਥੇ ਦੇ ਨਾਲ। ਦੇਖੋ ਜਗ੍ਹਾ ਕਿ ਨਹੀਂ, ਆਹ ਦੇਖੋ, ਆਹ ਦੇਖੋ। ਤਾਂ ਬੱਚੇ ਬੜੇ ਹੈਰਾਨ ਹੁੰਦੇ ਆ। ਉਹ ਮੈਂ ਕਿਹਾ ਤੁਸੀਂ ਕਹਿੰਦੇ ਸੀ ਨਾ ਵੀ ਰਾਤੀ ਲਾਈਟ ਨਹੀਂ ਸੀ ਮੈਂ ਤਾਂ ਨਹੀਂ ਕੰਮ ਕੀਤਾ, ਤਾਂ ਮੈਂ ਕਿਹਾ ਮੈਂ ਇਹ ਬੱਲਬ ਬਣਾਤਾ ਹੋਇਆ। ਹੁਣ ਤੁਸੀਂ ਇਸ ਬੱਲਬ ਨੂੰ ਹੋਲਡਰ ਦੇ ਵਿੱਚ ਪਾਣਾ। ਚਾਰਜ ਕਰਨਾ ਹੁੰਦਾ, ਇਹ ਚਾਰਜ AC ਨਾਲ ਹੀ ਹੁੰਦਾ ਜੀ। ਇਸ ਨੂੰ ਤੁਸੀਂ ਇਹਦੇ 'ਚ ਪਾ ਦੇਣਾ। ਉਸ ਤੋਂ ਬਾਅਦ ਤੁਸੀਂ ਇਸ ਨੂੰ ਆਹ ਦੇਖੋ ਜੀ, ਪੁਆਇੰਟ ਦੋਨੋਂ ਪਕੜ ਲੈ। ਤਾਂ ਤੁਸੀਂ ਮੰਨ ਲਓ ਪਕੜ ਕੇ ਨਹੀਂ ਰੱਖਣਾ, ਤੁਸੀਂ ਪੜ੍ਹਨਾ ਹੈ। ਇਸ ਨੂੰ ਤੁਸੀਂ ਪਾਣੀ ਦੇ ਵਿੱਚ ਰੱਖੋ, ਆ ਭਰ ਕੇ ਦਿਓ ਜੀ ਪਾਣੀ ਦਾ। ਤਾਂ ਤੁਸੀਂ ਇਹ ਜਿਹੜਾ ਬੱਲਬ ਹੈ ਨਾ ਜੀ, ਇਹ ਕਿਸ ਤਰ੍ਹਾਂ ਦੇ ਨਾਲ ਇਜਾਦ ਹੋਇਆ ਤੇ ਕਿਸ ਤਰ੍ਹਾਂ ਅਸੀਂ ਇਸ ਤੋਂ ਕੰਮ ਲੈ ਰਹੇ ਹਾਂ। AC ਦੇ ਨਾਲ ਇਹਦੇ ਵਿੱਚ ਸਟੋਰ ਹੋ ਜਾਂਦੀ ਹੈ ਜਿਹੜੀ ਊਰਜਾ ਹੈਗੀ ਹੈ। ਦੇਖੋ ਬੱਚੇ ਨੂੰ ਇਹ ਕਹਿਣਾ ਕਿ ਆਹ ਤੇਰੇ ਕੋਲ ਪਾਣੀ ਦਾ ਗਲਾਸ ਪਿਆ ਕਰਕੇ, ਤਾਂ ਤੂੰ ਕੀ ਕਰਨਾ ਹੈ ਵੀ ਇਸ ਪਲੱਗ ਨੂੰ ਇਸ ਦੇ ਵਿੱਚ ਪਾ ਕੇ ਤੇ ਆਪਣੀ ਪੜ੍ਹਾਈ ਕਰੀ ਜਾਣੀ ਹੈ, ਆਪਣਾ ਪੜ੍ਹਨਾ ਸ਼ੁਰੂ ਕਰ ਦੇ ਬਸ। ਇਹ ਨਹੀਂ ਬਹਾਨਾ ਲਾਣਾ ਵੀ ਹੁਣ ਰਾਤ ਨੂੰ ਲਾਈਟ ਨਹੀਂ ਹੈਗੀ ਸਰ ਜੀ ਮੈਂ ਕੰਮ ਨਹੀਂ ਕੀਤਾ ਹੈ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਆਹ ਦੇਖੋ ਤੁਹਾਡੇ ਸਾਹਮਣੇ ਇਹ ਗਲੋ ਕਰ ਗਿਆ। ਤਾਂ ਮਤਲਬ ਉਹਦਾ ਸਰਕਟ ਪੂਰਾ ਹੋ ਜਾਊਗਾ ਜਦੋਂ, ਤਾਂ ਉਸ ਵਕਤ ਉਸਨੇ ਗਲੋ ਕਰਨ ਲੱਗ ਜਾਣਾ। ਮਤਲਬ ਚਾਰਜ ਦੇ ਨਾਲ ਉਹਨਾਂ ਨੂੰ ਪੜ੍ਹਾਈ ਦਾ ਵੀ ਇਹ ਚਾਰਜ ਕੀ ਹੁੰਦਾ। ਚਾਰਜ ਦੋ ਤਰ੍ਹਾਂ ਦਾ ਹੁੰਦਾ, ਇੱਕ ਧਨ ਚਾਰਜ ਹੈ, ਇੱਕ ऋण ਚਾਰਜ ਹੈ। ਕਿਹੜੇ ਖਿੱਚਦੇ ਆ ਕਿਹੜੇ ਧੱਕਦੇ ਆ। ਫਿਰ ਉਹ ਚਾਰਜ ਜਿਹੜਾ ਤਾਰਾਂ ਦੇ ਵਿੱਚ ਚੱਲਣ ਲੱਗ ਜਾਂਦਾ ਤਾਂ ਉਸ ਨੂੰ ਅਸੀਂ ਕੀ ਕਹਿ ਦਿੰਦੇ ਆ ਜੀ, ਇਹ ਸਾਡਾ ਬਿਜਲੀ ਬਣ ਗਈ ਜੀ ਜੀ। ਆਹ ਜਿਹੜੀ ਆਹ ਪੁਰਜੇ ਪਏ ਨੇ, ਹਾਂ ਇਹ ਤੁਹਾਨੂੰ ਦਿਖਾਉਂਦੇ ਆ ਜੀ। ਇਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਗਿਆਨ ਦੇਣ ਦੇ ਲਈ ਔਰ ਉਹਨਾਂ ਨੂੰ ਦਿਖਾਉਣ ਦੇ ਲਈ ਕਿ ਜਿਸ ਤਰ੍ਹਾਂ ਦੇ ਨਾਲ ਇਸ ਗੁਬਾਰੇ ਨੂੰ ਅਸੀਂ ਭਰਿਆ ਸੀਗਾ। ਇਹਦੇ ਵਿੱਚ ਆਪਾਂ ਕੁਝ ਕੋ ਖਾਸ ਜਾਦੂ ਨਹੀਂ ਕੀਤਾ ਹੈ, ਹਵਾ ਹੀ ਭਰੀ ਹੈ। ਪਰ ਤੁਸੀਂ ਦੇਖੋ ਵੀ ਇਸ ਦੇ ਵਿੱਚ ਦੋ ਪੱਤੇ ਲੱਗੇ ਆ। ਇਸ ਨੂੰ ਅਸੀਂ ਕਹਿੰਦੇ ਆ ਸੋਨ ਪੱਤਰ ਬਿਜਲੀ ਦਰਸ਼ੀ, ਪੰਜਾਬੀ 'ਚ। ਅੰਗਰੇਜ਼ੀ 'ਚ ਇਹਦਾ ਨਾਮ ਹੈ ਗੋਲਡ ਲੀਫ ਇਲੈਕਟ੍ਰੋਸਕੋਪ। ਇਹਦੇ ਵਿੱਚ ਸੋਨੇ ਦੇ ਦੋ ਪੱਤੇ ਲੱਗੇ ਹੋਏ ਆ ਜੀ। ਕੋਈ ਬਹੁਤਾ ਮਹਿੰਗਾ ਨਹੀਂ ਹੈ, ਡਰਨਾ ਨਹੀਂ ਹੈ। ਸੋਨਾ ਕਹਿਣ ਤੇ ਉਹੀ ਲੱਗਦਾ ਵੀ ਬਹੁਤ ਮਹਿੰਗੀ ਚੀਜ਼ ਹੋਊਗੀ, ਪਰ ਇਹ ਸਿਰਫ 150 ਰੁਪਏ ਦੀ ਡਿਵਾਈਸ ਹੈ ਜੀ ਜਿਹੜੀ ਇਹ ਤੁਸੀਂ ਘਰੇ ਬੈਠ ਕੇ ਕਾਗਜ਼ ਦੇ ਟੁਕੜਿਆਂ ਨਾਲ ਤਿਆਰ ਕਰ ਸਕਦੇ ਹੋ। ਤਾਂ ਹੁਣ ਤੁਸੀਂ ਦੇਖੋ ਇਹਦੇ ਪੱਤਿਆਂ ਤੇ ਕੋਈ ਅਸਰ ਨਹੀਂ ਹੋ ਰਿਹਾ ਕਿਉਂਕਿ ਇਹਦੇ ਉੱਤੇ ਚਾਰਜ ਨਹੀਂ ਆਇਆ ਹੈ।
ਜਦੋਂ ਤੱਕ ਕਿਸੇ ਚੀਜ਼ ਤੇ ਚਾਰਜ ਨਹੀਂ ਉਹ ਨਿਊਟਰਲ ਮੰਨੀ ਜਾਂਦੀ ਹੈ, ਉਦਾਸੀਨ ਮੰਨੀ ਜਾਂਦੀ ਹੈ। ਹੁਣ ਜਦੋਂ ਅਸੀਂ ਰਗੜਾਂਗੇ ਤੇ ਚਾਰਜ ਆਊਗਾ ਤੇ ਚਾਰਜ ਨੂੰ ਡਿਟੈਕਟ ਕਰੂਗਾ। ਆ ਦੇਖੋ ਹੁਣ ਮੈਂ ਤੁਸੀਂ ਦੇਖ ਲਿਆ ਨਾ, ਕੁਝ ਹਿਲਜੁਲ ਨਹੀਂ ਹੋ ਰਹੀ ਇਹਦੇ ਵਿੱਚ, ਦੇਖੋ ਤੁਸੀਂ ਕੋਈ ਹਿਲਜੁਲ ਨਹੀਂ, ਉਹੀ ਗੁਬਾਰਾ ਹੈ। ਲੇਕਿਨ ਇਸ ਗੁਬਾਰੇ ਨੂੰ ਮੈਂ ਜਦੋਂ ਰਗੜਨ ਤੋਂ ਬਾਅਦ ਇਸ ਦੇ ਵਿੱਚ ਦਿਖਾ ਦਿੰਨਾ ਵੀ ਹੁਣ ਇਹਦੇ ਵਿੱਚ ਚਾਰਜ ਹੈ, ਤਾਂ ਉਹ ਚਾਰਜ ਦੇ ਕਾਰਨ ਕਰਕੇ ਤੁਸੀਂ ਇਹਦੇ ਵਿੱਚ ਦੇਖੋਗੇ ਕਿ ਕੀ ਹਿਲਜੁਲ ਹੋਊਗੀ। ਆਹ ਦੇਖੋ, ਆਹ ਦੇਖੋ, ਦੇਖ ਰਹੇ ਹੋ? ਬਹੁਤ ਹੀ ਕਮਾਲ ਚੀਜ਼ਾਂ ਨੇ ਜਿਹੜੀਆਂ ਉਹ ਸਾਨੂੰ ਇਹ ਦੱਸ ਰਹੇ ਨੇ। ਬਿਨਾਂ ਕਿਸੇ ਬਿਜਲੀ ਤੋਂ, ਬਿਨਾਂ ਕਿਸੇ ਵੀ ਚੀਜ਼ ਤੋਂ ਇੱਕ ਆਪਣੇ ਹੱਥਾਂ ਨਾਲ ਇਹ ਕੰਮ ਕਰਨਾ, ਗੁਬਾਰੇ ਨੂੰ ਰਗੜਨਾ, ਕੁਝ ਵੀ ਕਰਨਾ।